प्यारे विद्यार्थियों, साडा अज दा टॉपिक 11वीं जमात का लैसन है एकात्मक अते संघात्मक सरकार, यूनिटरी एंड फैडरल गवर्नमेंट। सो प्यारे विद्यार्थियों, आपां अज जिहड़ा पढ़ना लैसन पढ़ना वा वो एकात्मक अते संघात्मक सरकारां बारे पढ़ना वा। सब तो पहलां आपां देखदे हां कि केंद्र अते राज्यां विचकार जिहड़ियां शक्तियां ਆਪਾਂ पढ़ चुके हैं पहला भी डिस्ट्रीब्यूशन ऑफ पावर जिहड़ी हुंदी है केंद्र ते राज्यां च हुंदी है, ਉਹਦੀ ਜਿਹੜੀ ਸ਼ਕਤੀਆਂ ਦੀ ਵੰਡ ਦੇ ਆਧਾਰ ਤੇ ਸਰਕਾਰ ਦੀਆਂ ਜਿਹੜੀਆਂ ਦੋ ਕਿਸਮਾਂ ਹੁੰਦੀਆਂ, ਦੋ ਰੂਪ ਨੇ। ਕਿਹੜੇ ਕਿਹੜੇ? ਇੱਕ ਜਿਵੇਂ ਸਲਾਈਡ ਤੇ ਦਿਖਾਇਆ ਜਾ ਰਿਹਾ, ਇਕਾਤਮਕ ਅਤੇ ਸੰਘਾਤਮਕ। ਜਿਵੇਂ ਭਾਰਤ ਵਰਗਾ ਵਿਸ਼ਾਲ ਦੇਸ਼ ਆ, ਜਿਵੇਂ ਅਮਰੀਕਾ ਵਾ, ਉੱਥੇ ਸੰਘਾਤਮਕ ਢਾਂਚਾ ਅਪਣਾਇਆ ਜਾਂਦਾ। ਜ਼ਿਆਦਾਤਰ ਛੋਟੇ ਰਾਜਾਂ ਵਿੱਚ ਇਕਾਤਮਕ ਸਰਕਾਰਾਂ ਜਿਹੜੀਆਂ ਅਪਣਾਈਆਂ ਜਾਂਦੀਆਂ। ਸੋ ਜਿਵੇਂ ਵੱਖ-ਵੱਖ ਜਾਤੀਆਂ ਦੇ ਲੋਕ ਭਾਰਤ ਵਿੱਚ ਰਹਿੰਦੇ ਆ, ਭਾਸ਼ਾਵਾਂ ਦੇ ਲੋਕ ਰਹਿੰਦੇ ਆ, ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ। ਸੋ ਉਹਨਾਂ ਦੀ ਵਿਲੱਖਣਤਾ ਨੂੰ ਕਾਇਮ ਰੱਖਣ ਦੇ ਲਈ, ਉਹਨਾਂ ਮੁੱਢਲੀਆਂ ਇਕਾਈਆਂ ਨੂੰ ਕਾਇਮ ਰੱਖਣ ਲਈ ਤੇ ਇੱਕ ਕੇਂਦਰੀ ਸ਼ਕਤੀ ਦੀ ਲੋੜ ਹੁੰਦੀ ਆ। ਸੋ ਉਹ ਸੰਘਾਤਮਕ ਢਾਂਚੇ ਦੇ ਤਹਿਤ ਹੀ ਜਿਹੜੀ ਆ ਅਵੇਲ ਕੀਤੀ ਜਾ ਸਕਦੀ ਹੈ। ਇੱਕ ਕੇਂਦਰੀ ਸ਼ਕਤੀਸ਼ਾਲੀ ਕੇਂਦਰ ਮਜ਼ਬੂਤ ਹੋਣਾ ਚਾਹੀਦਾ ਇੱਕ ਸੰਘ ਨੂੰ ਬਣਾ ਕੇ ਰੱਖਣ ਲਈ। ਜਿਵੇਂ ਆਪਾਂ ਭਾਰਤ 'ਚ ਦੇਖਦੇ ਹਾਂ, ਵਿਲੱਖਣਤਾ ਇਹ ਉਹਨੂੰ ਕਾਇਮ ਰੱਖਣ ਦੇ ਲਈ ਸੰਘਾਤਮਕ ਢਾਂਚੇ ਦੀ ਜ਼ਰੂਰਤ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਕਾਤਮਕ ਸਰਕਾਰ ਦੇਖਣਾ ਵਾ, ਇਕਾਤਮਕ ਸਰਕਾਰ ਹੁੰਦੀ ਕਿਹੜੀ ਆ। ਪਿਆਰੇ ਵਿਦਿਆਰਥੀਓ, ਇਕਾਤਮਕ ਸਰਕਾਰ ਜਦੋਂ ਸ਼ਾਸਨ ਦੀਆਂ ਸਮੁੱਚੀਆਂ ਸ਼ਕਤੀਆਂ ਇੱਕ ਕੇਂਦਰੀ ਸਰਕਾਰ, ਸਿਰਫ ਇੱਕ ਕੇਂਦਰ, ਰਾਜਾਂ ਦੀਆਂ ਸਰਕਾਰਾਂ ਨਹੀਂ, ਸਿਰਫ ਇੱਕ ਕੇਂਦਰੀ ਸਰਕਾਰ ਕੋਲ ਹੋਣ, ਰਾਜਾਂ ਦੀ ਸਰਕਾਰਾਂ ਦੀ ਹੋਂਦ ਹੋਵੇ ਜਾਂ ਨਾ ਹੋਵੇ, ਉਹ ਜਿਹੜੀਆਂ ਸ਼ਕਤੀਆਂ ਕੇਂਦਰ ਆ ਉਹ ਆਪਣੀਆਂ ਡਿਸਟਰੀਬਿਊਟ ਕਰ ਦਿੰਦਾ ਅੱਗੇ ਲੋਕਲ ਲੈਵਲ ਤੇ ਛੋਟੀਆਂ ਸਥਾਨਕ ਸਰਕਾਰਾਂ ਨੂੰ। ਉਹ ਕੇਂਦਰ ਦੀ ਮਰਜ਼ੀ ਹੁੰਦੀ ਹੈ। ਸੋ ਰਾਜਾਂ ਦੀਆਂ ਸਰਕਾਰਾਂ ਆਪਣੀਆਂ ਸ਼ਕਤੀਆਂ ਤੇ ਅਧਿਕਾਰ ਕੇਂਦਰ ਤੋਂ ਪ੍ਰਾਪਤ ਕਰਦੇ। ਇੱਕ ਹੀ ਯੂਨਿਟਰੀ ਫਾਰਮ, ਇੱਕ ਹੀ ਸਰਕਾਰ ਦੇਸ਼ ਵਿੱਚ ਹੁੰਦੀ ਹੈ, ਕੇਂਦਰ ਦੀ ਸਰਕਾਰ ਹੁੰਦੀ ਹੈ, ਜਿੱਥੋਂ ਸਮੁੱਚਾ ਦੇਸ਼ ਦਾ ਰਾਜ ਪ੍ਰਬੰਧ ਚਲਾਇਆ ਜਾਂਦਾ ਹੈ। ਜਿਵੇਂ ਆਪਾਂ ਸਲਾਈਡ ਤੇ ਦੇਖ ਰਹੇ ਹਾਂ, ਬੜੀ ਵਧੀਆ ਸਲਾਈਡ ਬਣੀ ਹੋਈ ਆ। ਸੈਂਟਰਲ ਅਥਾਰਟੀ ਹੁੰਦੀ ਆ, ਥੱਲੇ ਰੀਜਨਲ ਅਥਾਰਟੀਆਂ ਛੋਟੀਆਂ ਸਥਾਨਕ ਲੈਵਲ ਤੇ ਉਹ ਆਪਣੀਆਂ ਜਿਹੜੀਆਂ ਪਾਵਰ ਥੱਲੇ ਡਿਸਟਰੀਬਿਊਟ ਕਰ ਦਿੰਦੇ ਆ ਸਥਾਨਕ ਲੈਵਲ ਤੇ। ਸਾਰਾ ਕੰਟਰੋਲ ਜਿਹੜਾ ਵਾ ਕੇਂਦਰ ਸਰਕਾਰ ਦਾ ਹੁੰਦਾ। ਸੋ ਅੱਗੇ ਪਰਿਭਾਸ਼ਾ ਦੇਖ ਲਾਂਗੇ। ਪ੍ਰੋਫੈਸਰ ਗਾਰਨਰ ਨੇ ਕਿਹਾ, ਜਿਵੇਂ ਜਦੋਂ ਸੰਵਿਧਾਨ ਦੁਆਰਾ ਸਰਕਾਰ ਦੀਆਂ ਸਭ ਸ਼ਕਤੀਆਂ ਕੇਵਲ ਕੇਂਦਰੀ ਅੰਗ ਨੂੰ ਦਿੱਤੀਆਂ ਜਾਣ, ਸਥਾਨਕ ਸਰਕਾਰਾਂ ਆਪਣੀਆਂ ਸ਼ਕਤੀਆਂ ਅਤੇ ਸੁਤੰਤਰਤਾਵਾਂ ਪ੍ਰਭੁਤਾ ਕੇਂਦਰ ਤੋਂ ਪ੍ਰਾਪਤ ਕਰਨ, ਉਹ ਇਕਾਤਮਕ ਸਰਕਾਰ ਹੁੰਦੀ ਹੈ। ਅੱਗੇ ਬੇਟਾ ਇੱਕ ਪ੍ਰਸ਼ਨ ਆ ਜਾਂਦਾ, ਇਕਾਤਮਕ ਸਰਕਾਰ ਕਿਹੜੇ ਕਿਹੜੇ ਦੇਸ਼ਾਂ 'ਚ ਆ? ਸੋ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਇੰਗਲੈਂਡ, ਫਰਾਂਸ, ਜਾਪਾਨ, ਆਪਣੇ ਨਜ਼ਦੀਕ ਸ਼੍ਰੀਲੰਕਾ, ਚੀਨ, ਇਟਲੀ ਅਤੇ ਜਰਮਨੀ, ਇਹਨਾਂ ਦੇਸ਼ਾਂ ਵਿੱਚ ਇਕਾਤਮਕ ਸਰਕਾਰ ਹੈ। ਸੋ ਪਿਆਰੇ ਵਿਦਿਆਰਥੀਓ, ਬੜਾ ਇੰਪੋਰਟੈਂਟ ਪ੍ਰਸ਼ਨ ਬਣ ਜਾਂਦਾ ਇੱਕ ਪਰਿਭਾਸ਼ਾ ਆ ਗਈ ਆ। ਦੂਸਰਾ, ਜਿਹੜੀ ਇਕਾਤਮਕ ਸਰਕਾਰ ਹੈ ਕਿਹੜੇ ਕਿਹੜੇ ਦੇਸ਼ਾਂ 'ਚ? ਦੋ ਦੇਸ਼ਾਂ ਦੇ ਨਾਂ ਲਿਖੋ ਜਾਂ ਚਾਰ ਦੇਸ਼ਾਂ ਦੇ ਨਾਂ ਲਿਖੋ। ਉਹ ਇੰਗਲੈਂਡ, ਫਰਾਂਸ, ਜਾਪਾਨ, ਸ਼੍ਰੀਲੰਕਾ, ਚੀਨ, ਇਟਲੀ ਅਤੇ ਜਰਮਨੀ। ਇਹ ਪਲੀਜ਼ ਨੋਟ ਡਾਊਨ ਕਰ ਲਿਓ ਆਪਣੀਆਂ ਬੇਟਾ ਕਾਪੀਆਂ ਤੇ। ਸੋ ਅੱਗੇ ਆਪਾਂ ਚੱਲਦੇ ਹਾਂ, ਇਹਦੇ ਲੱਛਣ ਕਿਹੜੇ ਕਿਹੜੇ ਆ ਜਾਂ ਵਿਸ਼ੇਸ਼ਤਾਵਾਂ ਜਿਹੜੇ ਆਪਾਂ ਕਹਿ ਦਿੰਦੇ ਆ, ਫੀਚਰਸ ਆਫ ਯੂਨਿਟਰੀ ਗਵਰਨਮੈਂਟ। ਸਭ ਤੋਂ ਪਹਿਲਾਂ ਆ ਜਾਂਦਾ ਸ਼ਕਤੀਆਂ ਦਾ ਕੇਂਦਰੀਕਰਨ। ਵੀ ਸ਼ਕਤੀਆਂ ਜਿਹੜੀਆਂ ਰਾਜਾਂ ਵਿੱਚ ਉਹਨਾਂ ਦੀ ਡਿਸਟਰੀਬਿਊਸ਼ਨ ਨਹੀਂ ਹੋਈ ਹੁੰਦੀ, ਉਹ ਵੰਡੀਆਂ ਨਹੀਂ ਜਾਂਦੀਆਂ, ਇੱਕ ਕੇਂਦਰੀ ਸਰਕਾਰ ਕੋਲ ਹੁੰਦੀਆਂ। ਉਹ ਉਹਨਾਂ ਦੀ ਆਪਣੇ ਹੱਥ ਵਿੱਚ ਹੀ ਸਾਰਾ ਕੰਟਰੋਲ, ਇੱਕ ਜਿਹੜਾ ਪ੍ਰਬੰਧ ਆ ਉਹ ਇੱਕ ਕੇਂਦਰੀ ਸਰਕਾਰ ਦੁਆਰਾ ਚਲਾਇਆ ਜਾਂਦਾ। ਪ੍ਰਭੂ ਸੱਤਾ ਕੇਂਦਰ ਦੇ ਹੱਥਾਂ ਵਿੱਚ, ਜਿਵੇਂ ਇੰਗਲੈਂਡ 'ਚ, ਚਾਈਨਾ 'ਚ ਆਪਾਂ ਦੇਖਦੇ ਹਾਂ ਇੱਕ ਹੀ ਸਾਮਵਾਦੀ ਪਾਰਟੀ ਦੀ ਸਰਕਾਰ ਆ। ਸਾਰਾ ਕੁਛ ਹੀ ਆਲ ਐਂਡ ਆਲ ਜਿਹੜੀ ਆ ਕਮਿਊਨਿਸਟ ਪਾਰਟੀ ਉੱਥੇ ਸਾਰਾ ਸਾਮਵਾਦੀ ਪਾਰਟੀ ਜਿਹੜੀ ਆ ਕੰਟਰੋਲ ਕਰ ਰਹੀ ਹੈ। ਸੋ ਸਾਰੀਆਂ ਸ਼ਕਤੀਆਂ ਕੇਂਦਰ ਦੇ ਹੱਥਾਂ 'ਚ ਹੁੰਦੀਆਂ। ਫਿਰ ਇਕਹਿਰੀ ਨਾਗਰਿਕਤਾ, ਕੋਈ ਡਬਲ ਸਿਟੀਜ਼ਨਸ਼ਿਪ ਨਹੀਂ, ਜਿਵੇਂ ਅਮਰੀਕਾ ਦੇ ਵਿੱਚ ਰਾਜਾਂ ਦੀ ਵੱਖਰੀ ਨਾਗਰਿਕਤਾ ਵਾ ਔਰ ਸੈਂਟਰ ਦੀ ਇੱਕ ਨਾਗਰਿਕਤਾ ਵੱਖਰੀ ਹੈ। ਪਰ ਇਹਨਾਂ ਵਿੱਚ ਨਾਗਰਿਕਤਾ ਜਿਹੜੀ ਇੱਕ ਹੀ ਨਾਗਰਿਕਤਾ ਹੋਵੇਗੀ, ਇਕਹਿਰਾ ਸ਼ਾਸਨ ਹੋਊਗਾ। ਜਿਵੇਂ ਆਪਾਂ ਭਾਰਤ ਵਿੱਚ ਦੇਖਦੇ ਹਾਂ ਕਿ ਡਬਲ ਸ਼ਾਸਨ ਆ, ਇੱਕ ਰਾਜਾਂ ਦਾ ਆਪਣਾ ਸ਼ਾਸਨ ਹੈ,
ਜਿਵੇਂ ਸ਼ਾਸਨ ਦਾ ਮਤਲਬ ਵੀ ਮੰਤਰੀ ਜਿਹੜੇ ਨੇ ਸਾਡੇ ਰਾਜਾਂ ਦੇ ਮੰਤਰੀ, ਮੁੱਖ ਮੰਤਰੀ ਅਲੱਗ ਨੇ। ਕੇਂਦਰੀ ਲੈਵਲ ਤੇ ਜਿਵੇਂ ਲੋਕ ਸਭਾ 'ਚੋਂ ਮੰਤਰੀ, ਲੋਕ ਸਭਾ ਰਾਜ ਸਭਾ 'ਚੋਂ ਮੰਤਰੀ ਹੁੰਦੇ ਆ। ਸੈਂਟਰ ਦੀ ਇੱਕ ਅਲੱਗ ਸਰਕਾਰ ਆ ਔਰ ਰਾਜਾਂ ਦੀਆਂ ਵੱਖਰੀਆਂ ਵੱਖਰੀਆਂ ਆਪਣੀਆਂ ਸਥਾਨਕ ਲੈਵਲ ਦੀਆਂ ਵੱਖਰੀਆਂ ਵੱਖਰੀਆਂ ਸਰਕਾਰਾਂ ਹਨ। ਸੋ ਇਹਦੇ ਵਿੱਚ ਇਕਾਤਮਕ ਸਰਕਾਰ ਵਿੱਚ ਇੱਕ ਹੀ ਸ਼ਾਸਨ ਪ੍ਰਬੰਧ, ਇੱਕ ਹੀ ਮੰਤਰੀ ਮੰਡਲ, ਇੱਕ ਮੰਤਰੀ ਪਰਿਸ਼ਦ ਹੁੰਦੀ ਹੈ। ਨੈਕਸਟ ਅੱਗੇ ਆ ਜਾਂਦਾ ਸੰਵਿਧਾਨ ਲਿਖਤੀ ਜਾਂ ਅਲਿਖਤੀ। ਇਹਦੇ ਵਿੱਚ ਦੋਵੇਂ ਆਪਸ਼ਨਾਂ ਹੁੰਦੀਆਂ ਸੰਵਿਧਾਨ ਦੀਆਂ, ਵੀ ਸੰਵਿਧਾਨ ਲਿਖਤੀ ਵੀ ਹੋ ਸਕਦਾ ਹੈ ਔਰ ਅਲਿਖਤੀ ਵੀ ਹੋ ਸਕਦਾ ਹੈ। ਜਿਵੇਂ ਅਲਿਖਤੀ ਸੰਵਿਧਾਨ ਪੁੱਛਿਆ ਜਾ ਸਕਦਾ ਵਾ, ਕਿਹੜੇ ਦੇਸ਼ ਦਾ ਸੰਵਿਧਾਨ ਅਲਿਖਤੀ ਹੈ? ਕਿਹੜਾ ਵਾ? ਇੰਗਲੈਂਡ ਦਾ, ਬਰਤਾਨੀਆ ਜਿਹਨੂੰ ਅਸੀਂ ਕਹਿੰਦੇ ਆ। ਜਾਪਾਨ ਦਾ ਲਿਖਤੀ ਸੰਵਿਧਾਨ ਆ। ਸੋ ਕਠੋਰ ਅਤੇ ਲਚਕੀਲਾ ਸੰਵਿਧਾਨ, ਇੰਗਲੈਂਡ ਦਾ ਸੰਵਿਧਾਨ ਜਿਹੜਾ ਲਚਕੀਲਾ ਮਤਲਬ ਉਹਦੇ ਵਿੱਚ ਜਲਦੀ ਸੋਧ ਕੀਤੀ ਜਾ ਸਕਦੀ ਹੈ, ਕਿ ਨਾਰਮਲ ਇੱਕ ਮਤਾ ਪਾਸ ਕਰਕੇ ਉਹਦੇ ਵਿੱਚ ਸੋਧ। ਲਚਕੀਲਾ ਸੰਵਿਧਾਨ ਉਹ ਹੁੰਦਾ ਜਿਹਦੇ ਵਿੱਚ ਜਲਦੀ ਸੋਧ ਕੀਤੀ ਜਾ ਸਕੇ, ਜਿਹਨੂੰ ਆਪਾਂ ਕਹਿ ਲਈਏ ਵੀ ਨਾਰਮਲ ਇੱਕ ਮਤਾ ਪਾ ਕੇ ਬਹੁਸੰਮਤੀ ਦੇ ਨਾਲ ਉਹਦੇ ਵਿੱਚ ਸੋਧ ਕੀਤੀ ਜਾ ਸਕੇ। ਕਠੋਰ ਸੰਵਿਧਾਨ ਜਾਪਾਨ ਦਾ ਸੰਵਿਧਾਨ, ਜਿਹਦੇ ਵਿੱਚ ਸੋਧ ਕਰਨੀ ਔਖੀ ਹੋਵੇ ਉਹਨੂੰ ਕਠੋਰ ਸੰਵਿਧਾਨ ਕਿਹਾ ਜਾਂਦਾ ਹੈ। ਸੋ ਇਹ ਕਠੋਰ ਵੀ ਹੋ ਸਕਦਾ ਹੈ ਔਰ ਲਚਕੀਲਾ ਸੰਵਿਧਾਨ ਵੀ ਹੋ ਸਕਦਾ ਹੈ। ਅੱਗੇ ਨੈਕਸਟ ਆ ਜਾਂਦਾ ਪ੍ਰਾਂਤਾਂ ਦੀ ਹੋਂਦ ਕੇਂਦਰ ਤੇ ਨਿਰਭਰ। ਜਿਹੜੀ ਰੀਜਨਲ ਲੈਵਲ ਤੇ ਆ ਉਹ ਪ੍ਰਾਂਤ ਨੂੰ ਬਣਾ ਕੇ ਰੱਖਣਾ ਉਹ ਕੇਂਦਰ ਸਰਕਾਰ ਤੇ ਨਿਰਭਰ ਕਰਦਾ, ਵੀ ਕੇਂਦਰ ਸਰਕਾਰ ਚਾਹੁੰਦੀ ਆ ਕਿ ਪ੍ਰਾਂਤ ਛੋਟੇ ਛੋਟੇ ਜਿਹੜੀ ਡਿਸਟ੍ਰੀਬਿਊਸ਼ਨ ਹੁੰਦੀ ਪਾਵਰ ਕਰਕੇ ਆਪਾਂ ਪਾਵਰ ਉਹਨਾਂ ਨੂੰ ਦਿੱਤੀ ਜਾਵੇ। ਉਹਨਾਂ ਦੀ ਹੋਂਦ ਜਿਹੜੀ ਰੱਖਣੀ ਜਾਂ ਨਾ ਰੱਖਣੀ ਕੇਂਦਰ ਸਰਕਾਰ ਤੇ ਨਿਰਭਰ ਕਰਦੀ ਹੈ। ਸੋ ਅੱਗੇ ਇਹਦੀਆਂ ਵਿਸ਼ੇਸ਼ਤਾਵਾਂ ਇੰਨੀਆਂ ਬੇਟਾ। ਸੋ ਉਹਦੇ ਗੁਣ ਕਿਹੜੇ ਆ? ਇਕਾਤਮਕ ਸਰਕਾਰ ਦੇ ਯੂਨਿਟਰੀ ਫਾਰਮ ਆਫ ਗਵਰਨਮੈਂਟ ਦੇ ਜਿਹੜੇ ਆ ਗੁਣ ਕਿਹੜੇ ਆ? ਮਜ਼ਬੂਤ ਰਾਜ ਪ੍ਰਬੰਧ ਹੁੰਦਾ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਸਾਰੀਆਂ ਸ਼ਕਤੀਆਂ ਕੇਂਦਰ ਕੋਲ, ਕੇਂਦਰ ਬਹੁਤ ਮਜ਼ਬੂਤ ਹੋਊਗਾ, ਰਾਜਾਂ ਨੂੰ ਸ਼ਕਤੀਆਂ ਨਹੀਂ ਦਿੱਤੀਆਂ ਜਾਂਦੀਆਂ। ਰਾਜ ਦੀ ਸਲਾਹ ਲੈਣਾ ਜਾਂ ਮੰਨਣਾ ਨਾ ਮੰਨਣਾ ਉਹ ਕੇਂਦਰ ਤੇ ਨਿਰਭਰ ਕਰਦਾ ਵੀ ਉਹ ਮੰਨਦੇ ਆ ਜਾਂ ਨਹੀਂ ਮੰਨਦੇ। ਸੋ ਇਹ ਮਜ਼ਬੂਤ ਰਾਜ ਪ੍ਰਬੰਧ ਹੁੰਦਾ ਜਦੋਂ ਸਿੰਗਲ ਡਿਸੀਜਨ ਮੇਕਿੰਗ ਅਥਾਰਟੀ ਹੋਊਗੀ, ਉਹ ਰਾਜ ਪ੍ਰਬੰਧ ਜਿਹੜਾ ਵਾ ਮਜ਼ਬੂਤ ਹੁੰਦਾ ਹੈ। ਸੋ ਨੈਕਸਟ ਸ਼ਾਸਨ ਦੀ ਇਕਰੂਪਤਾ। ਸ਼ਾਸਨ ਦੀ ਇਕਰੂਪਤਾ ਤੋਂ ਭਾਵ ਹੈ ਕਿ ਸਰਕਾਰ ਵਿੱਚ ਸਾਰੇ ਦੇਸ਼ ਵਿੱਚ ਇੱਕੋ ਜਿਹਾ ਕਾਨੂੰਨ, ਇੱਕ ਸ਼ਾਸਨ ਪ੍ਰਣਾਲੀ। ਜਦੋਂ ਸਰਕਾਰ ਇੱਕ ਆ ਉਹਦੇ ਜਿਹੜੇ ਉਹਨੂੰ ਲਾਗੂ ਕਰਨ ਵਾਲੇ ਕਾਨੂੰਨ ਇੱਕ ਲੈਵਲ ਤੇ ਬਣਨਗੇ। ਸੰਘਾਤਮਕ ਸਰਕਾਰ ਵਾਂਗ ਨਹੀਂ ਵੀ ਕੇਂਦਰ ਦੇ ਅਲੱਗ ਕਾਨੂੰਨ ਬਣਦੇ ਆ ਤਾਂ ਰਾਜਾਂ ਦੇ ਅਲੱਗ ਆ। ਉਹ ਸ਼ਕਤੀਆਂ ਦਾ ਹੀ ਉਹਨਾਂ ਵਿੱਚ ਝਗੜਾ ਪਿਆ ਰਹਿੰਦਾ, ਉਹ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਅੱਗੇ ਸੰਘਾਤਮਕ ਸਰਕਾਰ ਵੇਲੇ। ਸੋ ਇਹਦੇ ਵਿੱਚ ਕੀ ਆ ਕਿ ਸ਼ਾਸਨ ਦੀ ਇਕਰੂਪਤਾ, ਸ਼ਾਸਨ ਜਿਹੜਾ ਵਾ, ਕਾਨੂੰਨ ਜਿਹੜਾ ਵਾ ਉਹ ਇੱਕੋ ਜਿਹਾ ਇਕਸਾਰ ਸਾਰੇ ਦੇਸ਼ ਵਿੱਚ ਲਾਗੂ ਹੁੰਦਾ। ਸ਼ਾਸਨ ਦਾ ਸੰਗਠਨ ਸਰਲ ਹੁੰਦਾ। ਜਦੋਂ ਸ਼ਕਤੀਆਂ ਦੀ ਵੰਡ ਨਹੀਂ ਹੁੰਦੀ, ਜਿਵੇਂ ਸੰਵਿਧਾਨ ਵਿੱਚ ਸੰਘਾਤਮਕ ਸਰਕਾਰ ਸ਼ਕਤੀਆਂ ਦੀ ਵੰਡ ਹੁੰਦੀ ਆ, ਇਹਦੇ ਵਿੱਚ ਸ਼ਕਤੀਆਂ ਦੀ ਵੰਡ ਨਹੀਂ ਹੁੰਦੀ। ਸੋ ਸ਼ਕਤੀਆਂ ਦੀ ਵੰਡ ਨਾ ਹੋਣ ਕਰਕੇ ਤੇ ਇੱਕੋ ਸਰਕਾਰ, ਕੇਂਦਰੀ ਸਰਕਾਰ ਹੀ ਸਾਰੇ ਦੇਸ਼ ਵਿੱਚ ਕਾਨੂੰਨ ਬਣਾ ਸਕਦੀ ਹੈ, ਜਿਹੜਾ ਮਰਜ਼ੀ ਕਾਨੂੰਨ ਬਣਾ ਸਕਦੀ ਆ ਤੇ ਉਹਨੂੰ ਲਾਗੂ ਕਰਵਾ ਸਕਦੀ ਹੈ। ਇਹਦਾ ਇੱਕ ਫਾਇਦਾ ਹੋਰ ਦੱਸਦੇ ਆ ਵਿਦਵਾਨ, ਕਹਿੰਦੇ ਆ ਕਿ ਇਹ ਰਾਸ਼ਟਰੀ ਏਕਤਾ ਇਹਦੇ ਨਾਲ ਆਉਂਦੀ ਆ, ਰਾਸ਼ਟਰੀ ਏਕਤਾ ਆਉਂਦੀ ਹੈ, ਕਿਉਂਕਿ ਸੰਵਿਧਾਨ ਇੱਕ ਆ, ਇੱਕ ਵਿਧਾਨ ਮੰਡਲ ਆ, ਇੱਕ ਹੀ ਕਾਰਜਪਾਲਿਕਾ ਜਿਹੜੀ ਆ ਉਹ ਸਾਰੀ ਨਿਆਂ ਕਰਦੀ ਆ। ਉਹਦੇ ਨਾਲ ਸਮੁੱਚੇ ਦੇਸ਼ ਵਿੱਚ ਇੱਕੋ ਨਾਗਰਿਕਤਾ, ਇੱਕੋ ਜਿਹੇ ਕਾਨੂੰਨ, ਤੇ ਇਹਦੇ ਨਾਲ ਕੀ ਹੁੰਦਾ, ਲੋਕਾਂ ਦੇ ਅਧਿਕਾਰ ਵੀ ਸੁਰੱਖਿਅਤ ਰਹਿੰਦੇ ਆ। ਦੇਸ਼ ਦੇ ਵਿੱਚ ਏਕਤਾ, ਇਹਦੇ ਝਗੜੇ ਨਹੀਂ, ਕੋਈ ਸਰਕਾਰਾਂ ਦੇ ਆਪਸੀ ਤਣਾਅ ਨਹੀਂ। ਜਿਵੇਂ ਆਪਾਂ ਹੁਣ ਦੇਖ ਰਹੇ ਹਾਂ ਕਿ ਜਿਵੇਂ ਰੀਸੈਂਟਲੀ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ SYL ਦਾ ਮੁੱਦਾ ਜਿਹੜਾ ਮਸ਼ਹੂਰ ਚੱਲ ਰਿਹਾ ਵੀ ਰਾਜ ਆਪਸ ਹਰਿਆਣਾ ਚਾਹੁੰਦਾ ਵੀ ਸਾਨੂੰ ਪਾਣੀ ਦਿੱਤਾ ਜਾਵੇ, ਪੰਜਾਬ ਸਰਕਾਰ ਕਹਿੰਦੀ ਅਸੀਂ ਨਹੀਂ ਦੇਣਾ। ਰਾਜਾਂ ਦੇ ਆਪਸੀ ਝਗੜੇ ਚੱਲਦੇ ਰਹਿੰਦੇ। ਜੇ ਇੱਕ ਹੀ ਕੇਂਦਰ ਸਰਕਾਰ ਹੋਊਗੀ ਫਿਰ ਉਹ ਆਪਣੇ ਲੈਵਲ ਤੇ ਹੀ ਮਸਲੇ ਹੱਲ ਕਰ ਦਿੰਦੀ ਹੈ। ਸਰਕਾਰਾਂ ਦੇ ਆਪਸੀ ਜਿਹੜੇ ਆ, ਰਾਜਾਂ ਦੇ ਆਪਸੀ ਝਗੜੇ ਵੀ ਨਹੀਂ ਹੁੰਦੇ, ਖੇਤਰੀ ਪੱਧਰ ਤੇ ਆਪਸੀ ਝਗੜੇ ਨਹੀਂ ਹੁੰਦੇ। ਨੈਕਸਟ ਆ ਜਾਂਦਾ ਬੇਟਾ ਗੋਣਿਆ ਘੱਟ ਖਰਚੀਲਾ ਪ੍ਰਸ਼ਾਸਨ। ਜਦੋਂ ਇੱਕ ਸਰਕਾਰ ਹੋਣਗੀ, ਮੰਤਰੀਆਂ ਦਾ, MLAs ਦਾ ਜਿਹੜਾ ਖਰਚਾ ਉਹ ਘੱਟ ਜਾਊਗਾ। ਸਿਰਫ MPs ਦਾ ਹੀ ਇਲੈਕਸ਼ਨ ਦਾ ਖਰਚਾ ਘੱਟ ਜਾਊਗਾ।
सिर्फ MP लैवल की एक इलैक्शन होगी, 5 साल बाद इलैक्शन होगी, कोई लोकल लैवल ते इलैक्शन नहीं होगी, कोई खर्चा नहीं होगा, कोई लोकल लैवल ते मंत्री नहीं होणगे, उन्हां दा खर्चा नहीं होगा। तो एक घट खर्चीला प्रशासन इहनूं मन्निया जांदा वा, क्योंकि विधान मंडल तुहानूं पता ही है किन्ना खर्चा एक उहदे नाल सैकटरी लगाउणे, स्टेट लैवल दे अलग सैकटरी ने, केंद्र लैवल दे अलग सैकटरी ने। सो उन्हां दा खर्चा जिहड़ा वा इहनूं घट खर्चीली सरकार इस करके मन्निया जांदा भी प्रशासन दा जिहड़ा वा खर्चा भी घट जांदा वा। सो प्यारे विद्यार्थियों, ये इहदे गुण सीगे। मान लो 5 नंबर का प्रश्न आ जाता, एकात्मक सरकार के गुण लिखो, 5 गुण लिखो, 5 नंबर का 5 गुण कर ले, 5 ਦੇ 5 नंबर ही तुहानूं मिल जाने। अगे दोष आ जाते हैं जिन्होंने आप औगण कह लीए, एकात्मक सरकार के दोष। केंद्र सरकार को काम का बोझ वध जाता, ਜਦੋਂ एक सेंटर पॉइंट के उत्तों ही सारा राज प्रबंध चलाउणा ਜਿਹੜਾ ਵਾ ਉਹ ਔਖਾ। ਜਿਵੇਂ ਪੁਰਾਣੇ ਸਮੇਂ ਵਿੱਚ ਰਾਜਿਆਂ 'ਚ ਹੁੰਦਾ ਸੀ ਵੀ ਇੱਕ ਹੀ ਰਾਜਾ ਹੁੰਦਾ ਸੀ, ਉਹ ਹੀ ਸਾਰਾ ਰਾਜ ਪ੍ਰਬੰਧ ਚਲਾਉਂਦਾ ਸੀ। ਸੋ ਕੰਮ ਬਹੁਤ ਜ਼ਿਆਦਾ ਸਥਾਨਕ ਲੈਵਲ ਤੇ ਕੰਮ ਵੰਡ ਕੇ ਕੰਮ ਵਧੀਆ ਹੁੰਦਾ ਵਾ, ਬਟ ਕੇਂਦਰ ਸਰਕਾਰ ਕੋਲ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਜਾਂਦਾ। ਸ਼ਕਤੀਆਂ ਦਾ ਕੇਂਦਰੀਕਰਨ ਹਾਨੀਕਾਰਕ। ਜਦੋਂ ਆਪਾਂ ਦੇਖਦੇ ਹਾਂ ਛੋਟੇ ਛੋਟੇ ਕੰਮਾਂ ਲਈ ਵੀ ਜੇ ਆਪਾਂ ਕੇਂਦਰ ਸਰਕਾਰ ਕੋਲ ਸਾਨੂੰ ਕੰਮ ਲੈਣਾ ਪਵੇ, ਜਿਹੜੇ ਲੋਕਲ ਲੈਵਲ ਤੇ ਕੰਮ ਹੋ ਸਕਦੇ ਆ, ਰਾਜ ਲੈਵਲ ਤੇ ਕੰਮ ਹੋ ਸਕਦੇ, ਸਥਾਨਕ ਪੱਧਰ ਤੇ ਕੰਮ ਹੋ ਸਕਦੇ ਆ, ਉਹਦੇ ਲਈ ਜਦੋਂ ਸਾਨੂੰ ਕੇਂਦਰ ਵੱਲ ਵੇਖਣਾ ਪਊਗਾ ਵੀ ਕੇਂਦਰ ਕਾਨੂੰਨ ਬਣਾਵੇ ਜਾਂ ਕੇਂਦਰ ਸਾਨੂੰ ਗ੍ਰਾਂਟ ਦੇਵੇ, ਲੋਕਲ ਲੈਵਲ ਦੀ ਸਾਡੀ ਜਿਹੜੀ ਪ੍ਰੋਬਲਮ ਆ ਉਹ ਕੇਂਦਰ ਸੋਲਵ ਕਰੇ, ਕਿੱਡਾ ਮੁਸ਼ਕਲ ਹੋ ਜਾਏਗਾ ਉਹਦੇ ਲਈ। ਸੋ ਜਿਹੜਾ ਕੇਂਦਰੀਕਰਨ ਆ ਇੱਕ ਉਹ ਵੀ ਹਾਨੀਕਾਰਕ ਹੈ। ਇੱਕ ਜਗ੍ਹਾ ਸ਼ਕਤੀਆਂ ਰੱਖਣਾ ਉਹ ਲੋਕਤੰਤਰ ਲਈ ਖਤਰਾ ਬਣ ਜਾਂਦਾ, ਇਹ ਲੋਕਤੰਤਰ ਦੇ ਆਦਰਸ਼ਾਂ ਦੇ ਨਾਲ ਮੇਲ ਨਹੀਂ ਖਾਂਦਾ। ਸੋ ਕੇਂਦਰੀ ਸਰਕਾਰ ਜਿਹੜੀ ਆ ਉਹ ਫਿਰ ਛੋਟੇ ਛੋਟੇ ਕੰਮ ਵੀ ਜਿਹੜੇ ਆ ਉਹ ਆਪਣੇ ਲੈਵਲ ਤੇ ਕਰੂਗੀ ਤੇ ਉਹ ਠੀਕ ਨਹੀਂ ਲੱਗਦਾ। ਅੰਤਰਰਾਸ਼ਟਰੀ ਪੱਧਰ ਤੇ ਵੀ ਸੈਂਟਰ ਸਰਕਾਰ ਕੋਲ ਕੰਮ ਹੁੰਦੇ ਆ, ਉਹ ਦੇਖਣੇ ਹੁੰਦੇ ਆ, ਰਾਸ਼ਟਰੀ ਪੱਧਰ ਤੇ, ਲੋਕਲ ਲੈਵਲ ਤੇ। ਸੋ ਇਹ ਜਿਹੜਾ ਇੱਕ ਜਗ੍ਹਾ ਤੇ ਸਾਡੀਆਂ ਕੇਂਦਰੀਕਰਨ ਸ਼ਕਤੀਆਂ ਕਰ ਦੇਣੀਆਂ, ਉਹ ਰਾਜ ਲਈ ਜਿਹੜਾ ਸਥਾਨਕ ਲੈਵਲ ਦੀ ਜਿਹੜੀਆਂ ਮੁਸ਼ਕਲਾਂ ਉਹ ਹੱਲ ਨਹੀਂ ਹੋਣਗੀਆਂ। ਇਹ ਕੇਂਦਰੀਕਰਨ ਜਿਹੜਾ ਵਾ ਉਹ ਹਾਨੀਕਾਰਕ ਹੁੰਦਾ। ਨੈਕਸਟ ਆ ਜਾਂਦਾ ਵਾ ਸਥਾਨਕ ਲੋੜਾਂ। ਜਿਵੇਂ ਮੈਂ ਦੱਸ ਚੁੱਕਾ ਵਾਂ ਕਿ ਜੇ ਇੱਕ ਕੇਂਦਰੀ ਸਰਕਾਰ ਆ, ਉਹ ਸਥਾਨਕ ਲੈਵਲ ਤੇ ਲੋਕਾਂ ਨੂੰ, ਕੇਂਦਰ ਸਰਕਾਰ ਨੂੰ ਲੋਕਾਂ ਦੀ ਜਾਣਕਾਰੀ ਨਹੀਂ ਹੁੰਦੀ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਵਾ। ਮੰਨ ਲਓ ਪੰਜਾਬ ਦੀ ਅਲੱਗ ਪ੍ਰੋਬਲਮ ਆ, ਹਰਿਆਣੇ ਦੀ ਅਲੱਗ ਆ, ਉਧਰ ਸਾਊਥ ਜੇ ਆਪਾਂ ਸਟੇਟਸ ਦੇਖ ਲਈਏ ਉਹਨਾਂ ਦੀਆਂ ਅਲੱਗ ਪ੍ਰੋਬਲਮ ਨੇ। ਸੋ ਇੱਕ ਕੇਂਦਰੀ ਸਰਕਾਰ ਕੋਲ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਨਾ ਜਿਹੜਾ ਵਾ ਉਹ ਔਖਾ ਹੋ ਜਾਂਦਾ ਵਾ। ਵੱਡੇ ਰਾਜਾਂ ਲਈ ਢੁਕਵੀਂ ਨਹੀਂ, ਕਿਉਂਕਿ ਭਾਰਤ ਭਿੰਨਤਾਵਾਂ ਭਰਿਆ ਦੇਸ਼ ਆ। ਵੱਖ-ਵੱਖ ਆਪਾਂ ਦੇਸ਼ ਦੇ ਭਿੰਨਤਾਵਾਂ, ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ, ਭਾਸ਼ਾ ਦੇ ਨਾਂ ਤੇ, ਖੇਤਰ ਦੇ ਨਾਂ ਤੇ ਵੱਖਰੇ ਵੱਖਰੇ ਲੋਕ ਵੱਖਰੀ ਵੱਖਰੀ ਤਰ੍ਹਾਂ ਦੇ ਰਹਿੰਦੇ ਆ। ਸੋ ਉਹ ਇਹ ਵੱਡੇ ਰਾਜ ਜਿਹੜੇ ਆ, ਬਹੁਤ ਵੱਡੇ ਰਾਜ ਆ, ਅਮਰੀਕਾ ਜਿਸ ਤਰ੍ਹਾਂ ਬਹੁਤ ਵੱਡੇ ਰਾਜ ਆ, ਭਾਰਤ ਵਰਗੇ ਰਾਜਾਂ ਲਈ ਇਹ ਢੁਕਵੀਂ ਪ੍ਰਣਾਲੀ ਨਹੀਂ। ਛੋਟੇ ਰਾਜਾਂ ਲਈ ਇਹ ਇਕਾਤਮਕ ਸਰਕਾਰ ਜਿਹੜੀ ਆ ਉਹ ਠੀਕ ਹੈ। ਵਿਦਰੋਧ ਅਤੇ ਅਸੰਤੁਸ਼ਟੀ ਦੀ ਭਾਵਨਾ। ਜਦੋਂ ਆਪਾਂ ਦੇਖਦੇ ਹਾਂ ਕਿ ਸੈਂਟਰ ਲੈਵਲ ਤੇ ਇੱਕ ਕੇਂਦਰੀ ਸਰਕਾਰ ਹੋਊਗੀ, ਮੰਨ ਲਓ ਘੱਟ ਗਿਣਤੀਆਂ ਦਾ ਖਿਆਲ ਨਹੀਂ ਰੱਖਿਆ ਜਾਂਦਾ, ਫਿਰ ਕੀ ਹੋਊਗੀ, ਉਹਨਾਂ 'ਚ ਅਸੰਤੁਸ਼ਟੀ ਹੋਊਗੀ, ਫਿਰ ਵਿਦਰੋਹ ਹੋਣ ਦਾ ਡਰ ਹੋਊਗਾ, ਕ੍ਰਾਂਤੀ ਕਰਨਗੇ ਲੋਕ ਪ੍ਰੋਟੈਸਟ ਕਰਨਗੇ ਕੇਂਦਰ ਸਰਕਾਰ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ। ਸੋ ਆਪਾਂ ਇਸ ਲੈਵਲ ਤੇ ਦੇਖਦੇ ਹਾਂ ਕਿ ਸਰਕਾਰ ਨੂੰ, ਕੇਂਦਰੀ ਸਰਕਾਰ ਨੂੰ ਇੱਕ ਵਿਦਰੋਹ ਦਾ ਜਾਂ ਕੋਈ ਪ੍ਰੋਟੈਸਟ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵੀ ਸਾਡੇ ਨਾਲ ਅਨਿਆਂ ਹੋ ਰਿਹਾ, ਘੱਟ ਗਿਣਤੀਆਂ ਦੀ ਨਹੀਂ ਸੁਣੀ ਜਾ ਰਹੀ, ਸਿਰਫ ਬਹੁਮਤ ਦਾ ਸ਼ਾਸਨ ਨੂੰ ਲੈ ਕੇ ਚੱਲ ਰਹੇ ਆ। ਸੋ ਇਸ ਕਰਕੇ ਇਹ ਜਿਹੜੀ ਆ ਉਹਨਾਂ ਵਿੱਚ ਅਸੰਤੁਸ਼ਟੀ ਦੀ ਭਾਵਨਾ ਜਿਹੜੀ ਆ ਜਾਂਦੀ ਹੈ। ਸੋ ਆਪਾਂ ਗੁਣ ਤੇ ਗੁਣ ਵਿਚਾਰਨ ਤੋਂ ਇਸ ਸੁੱਟ ਤੇ ਪੁੱਛਦੇ ਹਾਂ ਕਿ ਜਿਹੜੀ ਇਕਾਤਮਕ ਸਰਕਾਰ ਆ ਉਹਨਾਂ ਰਾਜਾਂ ਲਈ ਢੁਕਵੀਆਂ ਜਿੱਥੇ ਖੇਤਰਫਲ ਤੇ ਜਿੱਥੇ ਵਸੋਂ ਥੋੜੀ ਹੋਵੇ। ਤੋ ਰਾਜ ਵਿੱਚ ਬਹੁਤੇ ਜਿਹੜੇ ਆ ਧਰਮਾਂ, ਜਾਤੀਆਂ, ਸੱਭਿਆਚਾਰਾਂ ਦੇ ਲੋਕ ਜਿੱਥੇ ਹੋਣ, ਉਹਨਾਂ ਲਈ ਇਹ ਢੁਕਵੀਂ ਸਰਕਾਰ ਨਹੀਂ। ਉਹ ਇਕਾਤਮਕ ਸਰਕਾਰ ਉਹਨਾਂ ਰਾਜਾਂ ਲਈ ਜਿੱਥੇ ਥੋੜੀ ਜਨਸੰਖਿਆ ਤੇ ਖੇਤਰਫਲ ਵੀ ਛੋਟਾ, ਛੋਟੇ ਰਾਜ ਜਿਹੜੇ ਆ, ਛੋਟੀ ਜਿਹੜੇ ਰਾਜ ਨੇ ਉਹਨਾਂ ਲਈ ਇਹ ਸਰਕਾਰ ਢੁਕਵੀਂ ਹੈ। ਸੋ ਅੱਗੇ ਬੇਟਾ ਆ ਜਾਂਦੇ ਆ, ਨੈਕਸਟ ਸਾਡਾ ਟੌਪਿਕ ਆ ਸੰਘਾਤਮਕ ਸਰਕਾਰ ਦਾ। ਸੰਘਾਤਮਕ ਸਰਕਾਰ ਕਿਹੜੀ ਹੁੰਦੀ ਆ? ਸੰਘਾਤਮਕ ਸਰਕਾਰ ਜਿੱਥੇ ਸੰਵਿਧਾਨ ਦੁਆਰਾ ਸ਼ਕਤੀਆਂ
ਕੇਂਦਰ ਅਤੇ ਰਾਜਾਂ ਪ੍ਰਾਂਤਾਂ ਵਿੱਚ ਵੰਡੀਆਂ ਹੋਣ। ਜਦੋਂ ਸ਼ਕਤੀਆਂ ਦੀ ਵੰਡ ਕੀਤੀ ਗਈ ਹੋਵੇ, ਜਿਵੇਂ ਭਾਰਤ ਵਿੱਚ ਆ, ਅਮਰੀਕਾ ਦੇ ਵਿੱਚ ਆ, ਇੱਕ ਕੇਂਦਰੀ ਸਰਕਾਰ ਹੁੰਦੀ ਆ, ਥੱਲੇ ਰਾਜਾਂ ਦੀਆਂ ਸਰਕਾਰਾਂ ਅਲੱਗ ਹੁੰਦੀਆਂ। ਇਹਦੇ ਵਿੱਚ ਦੋਹਰੀ ਸਰਕਾਰ ਹੁੰਦੀ ਆ। ਪ੍ਰਭੂ ਸੱਤਾ ਕੇਂਦਰ ਤੇ ਰਾਜਾਂ ਵਿੱਚ ਜਿਹੜੀ ਆ ਉਹ ਮਹਿਕਮਿਆਂ ਦੀ ਵੰਡ, ਵਿਸ਼ਿਆਂ ਦੀ ਵੰਡ ਕੀਤੀ ਹੁੰਦੀ ਆ। ਜਿਵੇਂ ਆਪਾਂ ਪੜ੍ਹਦੇ ਹਾਂ ਸੰਘੀ ਸੂਚੀ, ਰਾਜ ਸੂਚੀ, ਸੰਵਰਤੀ ਸੂਚੀ, ਆਪਾਂ ਦੇਖਦੇ ਅੱਗੇ ਆਪਾਂ ਪੜ੍ਹਨਾ ਵਾ। ਸੋ ਸੰਘਾਤਮਕ ਸਰਕਾਰ ਉਹ ਸਰਕਾਰ ਜਿੱਥੇ ਸੰਵਿਧਾਨ ਦੁਆਰਾ ਸ਼ਕਤੀਆਂ ਦੀ ਵੰਡ ਕੇਂਦਰ ਅਤੇ ਰਾਜਾਂ ਵਿੱਚ ਕੀਤੀ ਹੋਵੇ। ਸੋ ਆਪਾਂ ਸਲਾਈਡ ਤੇ ਵੀ ਦੇਖਦੇ ਹਾਂ। ਸੰਘਾਤਮਕ ਸਰਕਾਰ ਨੂੰ ਅੰਗਰੇਜ਼ੀ 'ਚ ਫੈਡਰਲਿਜ਼ਮ ਕਿਹਾ ਜਾਂਦਾ। ਇਹ ਲਤੀਨੀ ਭਾਸ਼ਾ ਦੇ ਸ਼ਬਦ ਫੋਇਡਸ ਤੋਂ ਨਿਕਲਿਆ, ਜਿਸ ਦਾ ਅਰਥ ਹੈ ਸੰਧੀ ਜਾਂ ਸਹਾਇਤਾ। ਇਸ ਟਾਈਮ ਭਾਰਤ ਵਿੱਚ ਕੇਂਦਰੀ ਸਰਕਾਰ ਆ ਅਤੇ 28 ਰਾਜਾਂ ਦੀਆਂ ਸਰਕਾਰਾਂ ਵਾ। ਇਸੇ ਤਰ੍ਹਾਂ ਹੀ ਅਮਰੀਕਾ ਦੇ ਵਿੱਚ 50 ਰਾਜ ਨੇ, ਠੀਕ ਹੈ, ਉਹਨਾਂ ਦੀ ਇੱਕ ਕੇਂਦਰੀ ਸਰਕਾਰ ਆ ਅਤੇ 50 ਰਾਜ ਨੇ, ਰਾਜਾਂ ਦੀਆਂ ਆਪਣੀਆਂ ਸਰਕਾਰਾਂ ਵਾ। ਸੋ ਇੱਕ ਪ੍ਰਸ਼ਨ ਵੀ ਆ ਜਾਂਦਾ ਹੁੰਦਾ ਵੀ ਕਿੰਨਾਂ ਦੇਸ਼ਾਂ ਦੇ ਵਿੱਚ ਸੰਘਾਤਮਕ ਸਰਕਾਰ ਹੈ? ਭਾਰਤ, ਅਮਰੀਕਾ, ਆਸਟ੍ਰੇਲੀਆ, ਸਵਿਟਜ਼ਰਲੈਂਡ, ਦੱਖਣੀ ਅਫਰੀਕਾ ਅਤੇ ਕੈਨੇਡਾ। ਇਹ 6 ਦੇਸ਼ ਹੋ ਗਏ। ਇਹਦੇ ਵਿੱਚ 4 ਤੁਹਾਡੇ ਕੋਲ ਪੁੱਛੇ ਜਾ ਸਕਦੇ ਆ, 2 ਪੁੱਛੇ ਜਾ ਸਕਦੇ ਆ। ਸੋ ਬੇਟਾ ਇਹ ਨੋਟ ਕਰ ਲਿਓ ਆਪਣੀਆਂ ਕਾਪੀਆਂ ਦੇ ਉੱਪਰ। ਭਾਰਤ, ਅਮਰੀਕਾ, ਆਸਟ੍ਰੇਲੀਆ, ਸਵਿਟਜ਼ਰਲੈਂਡ, ਦੱਖਣੀ ਅਫਰੀਕਾ ਅਤੇ ਕੈਨੇਡਾ। ਹੋਰ ਵੀ ਹੋਣਗੇ ਪਰ ਇੰਪੋਰਟੈਂਟ ਇਹਨਾਂ ਰਾਜਾਂ ਦੇ ਵਿੱਚ ਸੰਘਾਤਮਕ ਸਰਕਾਰ ਇਸ ਵੇਲੇ ਕਾਇਮ ਹੈ। ਸੋ ਬੇਟਾ ਆਪਾਂ ਦੇਖ ਲਿਆ ਕਿ ਸੰਘਾਤਮਕ ਸਰਕਾਰ ਉਹ ਜਿੱਥੇ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਹੈ। ਅੱਗੇ ਆਪਾਂ ਇਹਦੀਆਂ ਵਿਸ਼ੇਸ਼ਤਾਵਾਂ ਦੇਖ ਲੈਣੀਆਂ, ਲੱਛਣ ਜਿਹਨੂੰ ਆਪਾਂ ਕਹਿ ਦਿੰਦੇ ਆ ਫੀਚਰਸ ਆਫ ਫੈਡਰਲ ਗਵਰਨਮੈਂਟ। ਤੋਂ ਸਭ ਤੋਂ ਪਹਿਲਾਂ ਲਿਖਤੀ ਸੰਵਿਧਾਨ ਹੋਊਗਾ। ਆਪਾਂ ਨਾਲ ਹੀ ਕੰਪੈਰੀਜ਼ਨ ਕਰ ਲਈਏ ਵੀ ਜਿਹੜਾ ਇਕਾਤਮਕ ਸਰਕਾਰ ਦੇ ਵਿੱਚ ਜਿਹੜਾ ਹੁੰਦਾ ਵਾ ਉਹ ਸੰਵਿਧਾਨ ਲਿਖਤੀ ਅਤੇ ਲਿਖਤੀ ਦੋਵੇਂ ਤਰ੍ਹਾਂ ਦਾ ਹੋ ਸਕਦਾ ਵਾ, ਬਟ ਸੰਘਾਤਮਕ ਸਰਕਾਰ ਦੇ ਵਿੱਚ ਸੰਵਿਧਾਨ ਜਿਹੜਾ ਲਿਖਤੀ ਹੀ ਹੋਊਗਾ, ਕਿਉਂਕਿ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਆ। ਉਹ ਸ਼ਕਤੀਆਂ ਸੰਵਿਧਾਨ ਦੇ ਅਨੁਸਾਰ ਹੀ ਵੰਡੀਆਂ ਜਾਂਦੀਆਂ। ਜਿਵੇਂ ਭਾਰਤ ਦੇ ਸੰਵਿਧਾਨ ਅਨੁਸਾਰ ਸੰਘੀ ਸੂਚੀ 'ਚ 97 ਵਿਸ਼ੇ ਆ, ਰਾਜ ਸੂਚੀ 'ਚ ਵਿਸ਼ੇ ਨੇ 66 ਸੀਗੇ, 61 ਹੋ ਗਏ। ਇਸੇ ਤਰ੍ਹਾਂ ਹੀ ਸਮਵਰਤੀ ਸੂਚੀ 'ਚ ਵਿਸ਼ੇ ਸੀਗੇ, ਠੀਕ ਹੈ। ਉਹ ਸੋ ਇਹਨਾਂ ਦੀ ਵੰਡ ਕੀਤੀ ਗਈ ਆ। ਸੋ ਸੰਵਿਧਾਨ ਅਨੁਸਾਰ ਸੰਵਿਧਾਨ ਲਿਖਤੀ ਹੋਣਾ ਜ਼ਰੂਰੀ ਆ। ਅੱਗੇ ਸੰਵਿਧਾਨ ਦੀ ਸਰਵਉੱਚਤਾ, ਸੰਵਿਧਾਨ ਸਰਵਉੱਚ ਹੋਊਗਾ। ਸਾਰੀ ਗੱਲ ਜਿਹੜੀ ਆ ਸੰਵਿਧਾਨ ਦੇ ਅਨੁਸਾਰ ਸਰਕਾਰ ਜਿਹੜੀ ਆ, ਸਰਕਾਰ ਦਾ ਗਠਨ ਕੀਤਾ ਜਾਊਗਾ। ਉਹ ਹਰ ਗੱਲ ਜਿਹੜੀ ਆ ਸੰਵਿਧਾਨ ਵਿੱਚ ਲਿਖੀ ਹੋਊਗੀ। ਸੰਵਿਧਾਨ ਦੀ ਸਰਵਉੱਚਤਾ ਹੋਊਗੀ, ਸੰਵਿਧਾਨ ਸਰਵਉੱਚ ਕਾਨੂੰਨ ਹੋਊਗਾ। ਕਠੋਰ ਸੰਵਿਧਾਨ ਆ। ਰਾਜਾਂ ਦੀ ਮਰਜ਼ੀ ਤੋਂ ਬਿਨਾਂ ਕੇਂਦਰ ਸਰਕਾਰ ਸੰਵਿਧਾਨ ਵਿੱਚ ਸੋਧ ਨਹੀਂ ਕਰ ਸਕਦੀ। ਕੁਝ ਸ਼ਕਤੀਆਂ ਅਜਿਹੀਆਂ ਜਿਨ੍ਹਾਂ ਵਿੱਚ ਰਾਜ ਸਰਕਾਰ ਦੀ ਸੰਵਿਧਾਨ ਵਿੱਚ ਸੋਧ ਕਰਨ ਲਈ ਸਹਿਮਤੀ ਲੈਣੀ ਜ਼ਰੂਰੀ ਹੈ, ਠੀਕ ਹੈ। ਉਹ ਕਠੋਰ ਸੰਵਿਧਾਨ ਹੋਊਗਾ। ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਸੋਧ ਨਹੀਂ ਕਰ ਸਕੂਗੀ ਸੰਵਿਧਾਨ ਵਿੱਚ, ਵੀ ਮਤਾ ਪਾਸ ਕੀਤਾ, ਇੱਕ ਜਰਨਲ ਮਤਾ ਪਾਸ ਜਿਵੇਂ ਇਕਾਤਮਕ ਸਰਕਾਰ 'ਚ ਹੁੰਦਾ। ਕਠੋਰ ਸੰਵਿਧਾਨ ਹੋਊਗਾ, ਮਤਲਬ ਸੰਵਿਧਾਨ ਜਿਹੜਾ ਉਹ 'ਚੋਂ ਸੋਧ ਕਰਨੀ ਔਖੀ ਹੋਊਗੀ, ਰਾਜਾਂ ਦੀ ਭਾਗੀਦਾਰੀ ਉੱਚ ਜ਼ਰੂਰੀ ਹੋਊਗੀ। ਸ਼ਕਤੀਆਂ ਦੀ ਵੰਡ, ਜਿਵੇਂ ਮੈਂ ਅੱਗੇ ਆਲਰੇਡੀ ਦੱਸ ਚੁੱਕਾ ਕਿ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ। ਇਸ ਤੋਂ ਅੱਗੇ ਸਥਾਨਕ ਲੈਵਲ ਤੇ ਵੀ ਰਾਜ ਜਿਹੜੀਆਂ ਸਰਕਾਰਾਂ ਸਥਾਨਕ ਲੈਵਲ ਤੇ ਵੀ ਪੰਚਾਇਤਾਂ ਨੂੰ ਜਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਆਪਣੀਆਂ ਥੱਲੇ ਸ਼ਕਤੀਆਂ ਦੀ ਵੰਡ ਕਰਕੇ ਦਿੱਤੀ ਹੁੰਦੀ ਹੈ। ਕੁਝ ਵਿਸ਼ੇ ਉਹਨਾਂ ਨੂੰ ਦਿੱਤੇ ਹੁੰਦੇ ਆ। ਸੋ ਨਿਆਂਪਾਲਕ ਦੀ ਇਹਦੇ ਵਿੱਚ ਸਰਵਉੱਚਤਾ ਹੋਊਗੀ ਕਿ ਮੰਨ ਲਓ ਕੇਂਦਰ ਅਤੇ ਰਾਜਾਂ ਵਿਚਕਾਰ ਕੋਈ ਸ਼ਕਤੀਆਂ ਦੀ ਵੰਡ ਸੰਬੰਧੀ ਕੋਈ ਝਗੜਾ ਆ ਜਾਂਦਾ, ਨਿਆਂਪਾਲਿਕਾ ਉਹਦਾ ਫੈਸਲਾ ਕਰਦੀ ਆ। ਨਿਆਂਪਾਲਿਕਾ ਦੀ ਸਰਵਉੱਚਤਾ ਹੋਊਗੀ। ਅੱਗੇ 2 ਸਦਨੀ ਵਿਧਾਨ ਮੰਡਲ ਹੈ। ਕੇਂਦਰ ਸਰਕਾਰ ਵਿੱਚ ਤੇ ਅਜੇ ਰਾਜ ਸਰਕਾਰਾਂ 'ਚ ਵੀ 2 ਸਦਨੀ ਵਿਧਾਨ ਮੰਡਲ ਹੁੰਦਾ। ਕਿਵੇਂ? ਕੇਂਦਰ ਸਰਕਾਰ ਵਿੱਚ ਕੁਛ ਜਿਵੇਂ ਲੋਕ ਸਭਾ ਦੇ ਮੈਂਬਰ ਆ, ਉਹ ਲੋਕਾਂ ਦੁਆਰਾ ਸਿੱਧੇ ਵੋਟਾਂ ਪਾ ਕੇ ਚੁਣੇ ਜਾਂਦੇ ਆ। ਉਹ ਲੋਕਾਂ ਦੀ ਪ੍ਰਤੀਨਿਧਤਾ ਹੋ ਗਈ। ਉਹਦੇ ਵਿੱਚ ਲੋਕ ਸਭਾ ਵਿੱਚ ਲੋਕਾਂ ਦੀ ਪ੍ਰਤੀਨਿਧਤਾ ਮਿਲਦੀ ਆ। ਇਸ ਤੋਂ ਇਲਾਵਾ ਰਾਜ ਸਭਾ ਵਾ ਸਾਡੇ ਕੋਲ, ਉਹਦੇ ਵਿੱਚ ਰਾਜਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ, ਠੀਕ ਹੈ। ਹਰ ਰਾਜ ਦੇ ਵਿੱਚੋਂ MP ਚੁਣ ਕੇ
ਉਹ ਰਾਜਾਂ ਨੂੰ ਰਿਪਰੈਜ਼ੈਂਟ ਰਾਜ ਸਭਾ ਵਿੱਚ ਮਹੱਤਤਾ ਦਿੱਤੀ ਗਈ ਆ। 2 ਸਦਨੀ ਵਿਧਾਨ ਮੰਡਲ, ਇਸੇ ਤਰ੍ਹਾਂ ਹੀ ਰਾਜਾਂ ਵਿੱਚ ਵੀ ਕਈ ਰਾਜਾਂ ਵਿੱਚ ਵੀ 2 ਸਦਨੀ ਜਿਹੜਾ ਵਿਧਾਨ ਮੰਡਲ ਆ ਰਹਿੰਦਾ ਵਾ। ਜਿਵੇਂ ਆਪਣੀਆਂ ਕੁਝ ਸਟੇਟਸ ਆ, 6 ਸਟੇਟਸ ਆ, ਜਿਵੇਂ ਬਿਹਾਰ ਆ, ਮੱਧ ਪ੍ਰਦੇਸ਼ ਆ, ਪਹਿਲਾਂ JNK 'ਚ ਵੀ ਹੁੰਦਾ ਸੀਗਾ, 2 ਸਦਨੀ ਵਿਧਾਨ ਮੰਡਲ ਸੀਗਾ। ਸੋ ਨੈਕਸਟ ਆ ਜਾਂਦਾ ਦੋਹਰੀ ਨਾਗਰਿਕਤਾ, ਡਬਲ ਸਿਟੀਜ਼ਨਸ਼ਿਪ। ਇਹ ਭਾਰਤ ਵਿੱਚ ਤੇ ਕਹਿਰੀ ਨਾਗਰਿਕਤਾ ਵਾ, ਅਮਰੀਕਾ ਦੇ ਵਿੱਚ ਦੋਹਰੀ ਨਾਗਰਿਕਤਾ ਹੈ। ਬੇਟਾ ਯਾਦ ਰੱਖਿਓ, ਦੋਹਰੀ ਨਾਗਰਿਕਤਾ ਇੱਕ ਰਾਜਾਂ ਦੀ ਆਪਣੀ ਸਿਟੀਜ਼ਨਸ਼ਿਪ ਹੁੰਦੀ ਆ, ਇੱਕ ਸੈਂਟਰ ਲੈਵਲ ਦੀ ਨਾਗਰਿਕਤਾ ਮਿਲੀ ਹੋਈ ਹੁੰਦੀ ਹੈ। ਡਬਲ ਸਿਟੀਜ਼ਨਸ਼ਿਪ ਦਾ ਸਿਧਾਂਤ ਸੰਘਾਤਮਕ ਸਰਕਾਰ ਵਿੱਚ ਲਾਗੂ ਹੁੰਦਾ। ਸੋ ਬੇਟਾ ਅੱਗੇ ਆਪਾਂ ਇਹਦੇ ਗੁਣਾਂ ਤੇ ਆ ਜੰਨੇ ਆ ਵੀ ਸੰਘਾਤਮਕ ਸ਼ਾਸਨ ਦੇ ਗੁਣ ਕਿਹੜੇ ਕਿਹੜੇ ਆ। ਜਿਵੇਂ ਆਪਾਂ ਇਕਾਤਮਕ ਸਰਕਾਰ ਦੇ ਜਿਹੜੇ ਔਗਣ ਸੀਗੇ, ਹੁਣ ਇੱਕ ਸੰਘਾਤਮਕ ਸਰਕਾਰ ਦੇ ਗੁਣ ਬਣ ਜਾਣਗੇ। ਜਿਹੜੇ ਇਹ ਬੇਟਾ ਯਾਦ ਰੱਖਿਓ, ਤੁਹਾਨੂੰ ਇੱਕ ਇਕਾਤਮਕ ਸਰਕਾਰ ਦੇ ਗੁਣ ਔਗਣ ਯਾਦ ਕਰਨੇ ਪੈਣਗੇ। ਉਹ ਸੰਘਾਤਮਕ ਜਿਹੜੇ ਔਗਣ ਹੋਣਗੇ ਇਕਾਤਮਕ ਸਰਕਾਰ ਦੇ, ਉਹ ਸੰਘਾਤਮਕ ਸਰਕਾਰ ਦੇ ਗੁਣ ਬਣ ਜਾਣਗੇ। ਜਿਵੇਂ ਸਭ ਤੋਂ ਪਹਿਲਾਂ ਇਹ ਵੱਡੇ ਰਾਜਾਂ ਦੇ ਲਈ ਲਾਭਕਾਰੀ ਹੈ, ਕਿਉਂਕਿ ਮੁਸ਼ਕਲਾਂ ਜਿਹੜੀਆਂ ਵਾ ਉਹ ਸਥਾਨਕ ਪੱਧਰ ਤੇ ਉਹਨਾਂ ਦਾ ਹੱਲ ਜ਼ਰੂਰੀ ਹੁੰਦਾ, ਤੇ ਕੇਂਦਰ ਸਰਕਾਰ ਕੋਲ ਵੱਡੇ ਰਾਜਾਂ ਲਈ ਪ੍ਰਬੰਧ ਕਰਨਾ ਔਖਾ ਹੋ ਜਾਂਦਾ। ਸੋ ਸਥਾਨਕ ਮੁਸ਼ਕਲਾਵਾਂ ਨੂੰ ਸਮਝਣ ਦੇ ਲਈ, ਵੱਡੇ ਵੱਡੇ ਰਾਜਾਂ ਨੂੰ ਕੰਟਰੋਲ ਕਰਨ ਲਈ ਸਥਾਨਕ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਜਿਹੜੀ ਕੀਤੀ ਗਈ ਹੋਵੇ ਉਹ ਜ਼ਰੂਰੀ ਹੈ। ਸੋ ਇਹ ਵੱਡੇ ਰਾਜਾਂ ਦੀ ਲਾਭਕਾਰੀ ਹੈ। ਤੇ ਅੱਗੇ ਆ ਜਾਂਦਾ ਛੋਟੇ ਰਾਜਾਂ ਲਈ ਵੀ ਲਾਭਕਾਰੀ ਆ। ਉਹ ਕਿਵੇਂ ਕਿ ਸਥਾਨਕ ਮੁਸ਼ਕਲਾਂ ਜਿਹੜੀਆਂ ਵਾ ਜਦੋਂ ਰਾਜ ਆਪਣੇ ਲੈਵਲ ਤੇ ਹੱਲ ਕਰਨਗੇ, ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਵਿਸ਼ੇ ਆ ਉਹ ਕੇਂਦਰ ਸਰਕਾਰ ਲੈ ਲੈਂਦੀ ਆ। ਸਥਾਨਕ ਪੱਧਰ ਦੇ ਜਿਹੜੇ ਰਾਜ ਪੱਧਰ ਤੇ ਵਿਸ਼ੇ ਆ, ਛੋਟੇ ਵਿਸ਼ੇ ਜਿਹੜੇ ਰਾਜਾਂ ਨਾਲ ਡੀਲ ਕਰਦੇ ਆ, ਉਹ ਰਾਜ ਲੈ ਕੇ ਬੜੀ ਵਧੀਆ ਤਰੀਕੇ ਨਾਲ ਉਹ ਕਾਨੂੰਨ ਬਣਾਉਂਦੇ ਆ। ਸੋ ਇਹ ਛੋਟੇ ਰਾਜਾਂ ਲਈ ਵੀ ਲਾਭਕਾਰੀ ਸਰਕਾਰ ਹੈ। ਇਹਦੇ ਨਾਲ ਕੀ ਰਾਸ਼ਟਰੀ ਏਕਤਾ ਅਤੇ ਸਥਾਨਕ ਖੁਦ ਮੁਖਤਿਆਰੀ ਵਿੱਚ ਸਮਝੌਤਾ ਕਰਾਉਂਦਾ ਹੈ। ਰਾਸ਼ਟਰੀ ਏਕਤਾ ਵੱਧਦੀ ਆ, ਮਤਲਬ ਸਥਾਨਕ ਖੁਦ ਮੁਖਤਿਆਰੀ, ਲੋਕਾਂ ਦੇ ਵਿੱਚ ਰਾਜ ਪ੍ਰਬੰਧ ਵਿੱਚ ਹਿੱਸਾ ਲੈਣ ਦੀ ਜ਼ਿੰਮੇਵਾਰੀ ਭਾਵਨਾ ਆਉਂਦੀ ਆ। ਰਾਸ਼ਟਰੀ ਏਕਤਾ ਦਾ ਵਿਕਾਸ ਹੁੰਦਾ ਜਦੋਂ ਵੱਖ-ਵੱਖ ਧਰਮਾਂ ਦੇ ਲੋਕ ਸਥਾਨਕ ਪੱਧਰ ਤੇ ਇਕੱਠੇ ਹੋ ਕੇ ਮੁਸ਼ਕਲਾਂ ਦਾ ਹੱਲ ਕਰਦੇ ਆ। ਇੱਕ ਕੇਂਦਰੀ ਸਰਕਾਰ ਹੁੰਦੀ ਹੈ। ਰਾਜਾਂ ਦੀਆਂ ਜਦੋਂ ਆਪਣੀਆਂ ਸਰਕਾਰਾਂ ਹੁੰਦੀਆਂ, ਉਹ ਲੋਕਲ ਲੈਵਲ ਤੇ ਮਸਲੇ ਹੱਲ ਕਰਦੀਆਂ। ਜਦੋਂ ਰਾਸ਼ਟਰੀ ਪੱਧਰ ਤੇ ਕੋਈ ਰਾਸ਼ਟਰੀ ਸੰਕਟ ਕਾਲ ਆ ਜਾਂਦਾ, ਸੋ ਲੋਕਾਂ ਵਿੱਚ ਏਕਤਾ ਦੀ ਭਾਵਨਾ ਜ਼ਿਆਦਾ ਪੈਦਾ ਹੁੰਦੀ ਹੈ। ਇਸ ਵਿੱਚ ਕੇਂਦਰੀ ਸਰਕਾਰ ਦਾ ਕਾਰਜਭਾਰ ਹੌਲਾ ਹੋ ਜਾਂਦਾ। ਜਦੋਂ ਸ਼ਕਤੀਆਂ ਦੀ ਵੰਡ ਹੋਈ, ਕੁਝ ਜਿਹੜੇ ਵਿਸ਼ੇ ਆ ਕੇਂਦਰੀ ਸਰਕਾਰ ਕੋਲ ਹੁੰਦੇ ਆ, ਕੁਝ ਰਾਜ ਸਰਕਾਰ ਕੋਲ ਉਹ ਵਿਸ਼ੇ ਹੁੰਦੇ ਆ। ਸੋ ਇਹਨਾਂ ਦੇ ਵਿੱਚ ਜਦੋਂ ਸ਼ਕਤੀਆਂ ਦੀ ਵੰਡ ਹੁੰਦੀ ਹੈ ਤੇ ਕੇਂਦਰ ਸਰਕਾਰ ਆਪਣੇ ਕਾਰਜ ਖੇਤਰ ਵਿੱਚ ਰਹਿ ਕੇ ਕੰਮ ਕਰਦੀ ਆ, ਉਹ ਰਾਜਾਂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀ। ਇਹਦੇ ਨਾਲ ਜਿਹੜੀ ਆ ਉਹਨਾਂ ਦਾ ਕਾਰਜਭਾਰ ਜਿਹੜਾ ਵੀ ਉਹਨਾਂ ਦੇ ਸਿਰ ਤੇ ਜੱਜ ਨੇ ਇਕਾਤਮਕ ਸਰਕਾਰ ਵਿੱਚ ਸਾਰਾ ਕੰਮ ਹੀ ਕੇਂਦਰੀ ਸਰਕਾਰ ਕੋਲ ਹੁੰਦਾ। ਸੋ ਸੰਘਾਤਮਕ ਸਰਕਾਰ ਵਿੱਚ ਰਾਜ ਸਰਕਾਰ ਕੋਲ ਸ਼ਕਤੀਆਂ ਦੀ ਵੰਡ ਹੁੰਦੀ ਆ, ਉਹ ਆਪਣੇ ਲੈਵਲ ਤੇ ਹੀ ਰਾਜ ਸਰਕਾਰਾਂ ਜਿਹੜਾ ਆਪਣੇ ਵਿਸ਼ੇ ਦੇ ਵਿੱਚ ਕੰਮ ਕਰੀ ਜਾਂਦੀਆਂ। ਸੋ ਅਸੀਂ ਦੇਖਦੇ ਹਾਂ ਕਿ ਇਹਦੇ ਨਾਲ ਕੀ ਹੋਊਗਾ ਕਿ ਸ਼ਾਸਨ ਵਿੱਚ ਵੀ ਕਾਰਜਕੁਸ਼ਲਤਾ ਆਉਂਦੀ ਹੈ। ਜਦੋਂ ਸਥਾਨਕ ਪੱਧਰ ਤੇ, ਰਾਜ ਪੱਧਰ ਤੇ ਰਾਸ਼ਟਰੀ ਜਿਹੜੀ ਮਹੱਤਤਾ ਦੇ ਵਿਸ਼ੇ, ਜਿਹੜੇ ਅੰਤਰਰਾਸ਼ਟਰੀ ਮਹੱਤਤਾ ਦੇ ਵਿਸ਼ੇ ਕੇਂਦਰ ਸਰਕਾਰ ਕੋਲ ਹੋਣਗੇ, ਸਥਾਨਕ ਪੱਧਰ ਤੇ ਰਾਜ ਕੋਲ ਹੋਣਗੇ, ਔਰ ਲੋਕਲ ਲੈਵਲ ਤੇ ਵੀ ਪੰਚਾਇਤ, ਮਿਊਨਿਸਪਲ ਕਾਰਪੋਰੇਸ਼ਨ, ਇਸ ਤੋਂ ਵੀ ਨੀਚੇ ਪੱਧਰ ਤੇ ਜਦੋਂ ਮੁਸ਼ਕਲਾਂ ਦਾ ਹੱਲ ਹੁੰਦਾ, ਉਹਦੇ ਨਾਲ ਕੀ ਹੈ ਐਫੀਸ਼ੀਐਂਸੀ ਜ਼ਿਆਦਾ ਆਉਂਦੀ ਹੈ, ਕਾਰਜਕੁਸ਼ਲਤਾ ਵੱਧਦੀ ਹੈ ਸ਼ਾਸਨ ਦੀ। ਲੋਕਾਂ ਨੂੰ MLA ਜ਼ਿੰਮੇਵਾਰ ਬਣਾਉਂਦੇ ਆ ਕੰਮ ਕਰਨ ਦੇ ਲਈ। ਸੋ ਸ਼ਾਸਨ ਦੇ ਵਿੱਚ ਕਾਰਜਕੁਸ਼ਲਤਾ ਵੱਧ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਇਹਦੇ ਨਾਲ ਕੀ ਹੁੰਦਾ, ਜਦੋਂ ਸਥਾਨਕ ਪੱਧਰ ਤੇ ਲੋਕ ਸਥਾਨਕ ਸਰਕਾਰਾਂ ਵਿੱਚ ਰਾਜ ਪੱਧਰ ਤੇ ਹਿੱਸਾ ਲੈਂਦੇ ਆ ਤਾਂ ਉਹਨੂੰ ਰਾਜਨੀਤਿਕ ਸਿੱਖਿਆ ਮਿਲਦੀ ਹੈ। ਕਿਵੇਂ ਲੀਡਰ ਬਣਨਾ ਵਾ, ਕਿਵੇਂ ਇਲੈਕਸ਼ਨਸ ਹੋਣੀਆਂ ਉਹਨਾਂ ਨੂੰ ਪਤਾ ਲੱਗਦਾ ਵਾ। ਸੋ ਰਾਜਨੀਤਿਕ ਲੋਕਾਂ ਨੂੰ ਸਿੱਖਿਆ ਵੀ ਮਿਲਦੀ ਆ, ਜ਼ਿਆਦਾ ਪਾਰਟੀਸਪੇਸ਼ਨ ਹੁੰਦੀ। ਕੋਈ ਨਾ ਕੋਈ ਆਪਾਂ ਦੇਖਦੇ ਹਾਂ ਇਲੈਕਸ਼ਨ ਚੱਲਦੀ ਰਹਿੰਦੀ ਹੈ। ਜਿਵੇਂ ਹੁਣ ਹੀ ਆਪਾਂ ਦੇਖ ਲਈਏ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਵਾਲੀ ਆ, ਫਿਰ ਪੰਚਾਇਤ ਦੀ ਇਲੈਕਸ਼ਨ ਹੋਣ ਵਾਲੀ ਆ, ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਣ ਵਾਲੀ ਆ 2024 ਦੇ ਵਿੱਚ। ਨੈਕਸਟ ਈਅਰ
ਜਿਹੜੀ ਆ ਉਹ ਲੋਕ ਸਭਾ ਦੀ ਇਲੈਕਸ਼ਨ ਹੋਣ ਵਾਲੀ, ਜਨਰਲ ਇਲੈਕਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੋਣ ਵਾਲੀ ਆ। ਸੋ ਕੋਈ ਨਾ ਕੋਈ ਇਲੈਕਸ਼ਨ ਚੱਲਦੀ ਰਹਿੰਦੀ ਆ, ਲੋਕ ਨੂੰ ਰਾਜਨੀਤਿਕ ਸਿੱਖਿਆ ਮਿਲਦੀ ਰਹੀ, ਰੋਜ਼ ਰਾਜਨੀਤੀ ਜ਼ਿਆਦਾ ਸਰਗਰਮ ਰਹਿੰਦੇ ਆ। ਸੋ ਕੇਂਦਰੀ ਸਰਕਾਰ ਨਿਰੰਕੁਸ਼ ਨਹੀਂ ਬਣਦੀ। ਜਿਹੜੀ ਰਾਜ ਸਰਕਾਰਾਂ ਵਾ ਕੇਂਦਰ ਦੇ ਖਿਲਾਫ ਆਪਣਾ ਪ੍ਰੋਟੈਸਟ ਕਰਦੀਆਂ, ਨਿਰੰਕੁਸ਼ ਕੇਂਦਰ ਸਰਕਾਰ ਐਵੇਂ ਕੋਈ ਕਾਨੂੰਨ ਨਹੀਂ ਪਾਸ ਕਰ ਸਕਦੀ। ਸੋ ਇਹ ਬੜਾ ਵੱਡਾ ਚੈੱਕ ਇੱਕ ਰਾਜ ਸਰਕਾਰਾਂ ਦਾ ਕੇਂਦਰ ਸਰਕਾਰ ਤੇ ਹੁੰਦਾ ਵੀ ਸੰਘਾਤਮਕ ਸਰਕਾਰ ਦੇ ਵਿੱਚ ਜਿਹੜਾ ਉਹ ਰਾਜ ਸਰਕਾਰ ਕੇਂਦਰ ਸਰਕਾਰ ਤੇ ਇੱਕ ਚੈੱਕ ਦੇ ਵਜੋਂ ਕੰਮ ਕਰਦੀ ਹੈ, ਕੇਂਦਰ ਨੂੰ ਆਪਣੀ ਮਨਮਰਜ਼ੀ ਨਹੀਂ ਕਰ ਦਿੰਦੀ। ਸੋ ਆਪਾਂ ਪਿੱਛੇ ਵੀ ਆਪਾਂ ਦੇਖਿਆ ਕਿਵੇਂ, ਉਦਾਹਰਨ ਦੇ ਤੌਰ ਤੇ ਜਿਵੇਂ ਕਿਸਾਨੀ ਸੰਘਰਸ਼ ਸੀਗਾ, ਆਪਾਂ ਦੇਖਦੇ ਹਾਂ ਬੜੀ ਵਧੀਆ ਉਦਾਹਰਨ ਹੈ ਸਾਡੇ ਕੋਲ। ਕੇਂਦਰ ਸਰਕਾਰ ਇੱਕ ਕਾਨੂੰਨ ਬਣਾ ਰਹੀ ਸੀ ਕਿਸਾਨਾਂ ਦੇ ਖਿਲਾਫ। ਸੋ ਕਿਸਾਨਾਂ ਨੇ ਇਕੱਠੇ ਹੋ ਕੇ, 2-3 ਰਾਜਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਜਦੋਂ ਪ੍ਰੋਟੈਸਟ ਕੀਤਾ, ਕੇਂਦਰ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ। ਉਹ ਕਾਨੂੰਨ ਜਿਹੜੇ ਖੇਤੀ ਨਾਲ ਸੰਬੰਧਿਤ ਕਾਨੂੰਨ ਉਹ ਵਾਪਸ ਲੈਣੇ ਨਹੀਂ ਪਏ। ਸੋ ਇਹ ਕੇਂਦਰੀ ਸਰਕਾਰ ਨੂੰ ਨਿਰੰਕੁਸ਼ ਨਹੀਂ ਬਣ ਦਿੰਦੀ ਵੀ ਸਰਕਾਰ ਜਿਹੜਾ ਕੇਂਦਰੀ ਸਰਕਾਰ ਜਿਹੜੀ ਮਰਜ਼ੀ ਦੇ ਨਾਲ ਆਪਣਾ ਕਾਨੂੰਨ ਬਣਾ ਲੇ, ਨਹੀਂ ਬਣ ਦੇਗੀ। ਸ਼ਾਸਨ ਪ੍ਰਣਾਲੀ ਵਿੱਚ ਵਿਸ਼ਵ ਸੰਘ ਦਾ ਰਸਤਾ ਵਿਖਾਉਂਦੀ। ਇੰਟਰਨੈਸ਼ਨਲ ਲੈਵਲ ਤੇ ਜਦੋਂ ਆਪਾਂ ਦੇਖਦੇ ਹਾਂ ਸੰਘਾਤਮਕ ਦੂਜੇ ਰਾਜਾਂ ਦੇ ਵਿੱਚ ਵੀ ਸੰਘਾਤਮਕ ਸਰਕਾਰਾਂ ਹੈਗੀਆਂ, ਉਹਨਾਂ ਦੇ ਆਪਾਂ ਜਿਹੜੇ ਮਾਡਲ ਆਪਣੇ ਦੇਸ਼ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਦੀਆਂ ਸ਼ਕਤੀਆਂ, ਉਹਨਾਂ ਦੀ ਨਕਲ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਕਿੰਨੀਆਂ ਸ਼ਕਤੀਆਂ ਸਥਾਨਕ ਪੱਧਰ ਤੇ ਮਿਲੀਆਂ ਹੋਈਆਂ। ਸਾਨੂੰ ਇੰਟਰਨੈਸ਼ਨਲ ਲੈਵਲ ਦਾ ਰਸਤਾ ਮਿਲ ਜਾਂਦਾ ਇੱਕ। ਸੋ ਨਾਗਰਿਕਾਂ ਦਾ ਦਰਜਾ ਵਧਾਉਂਦੀ ਹੈ। ਬਿਲਕੁਲ ਜੀ, ਨਾਗਰਿਕਾਂ ਦਾ ਦਰਜਾ ਵੀ ਨਾਗਰਿਕ ਆਪਣੇ ਆਪ ਨੂੰ ਸਿਕਿਉਰ ਫੀਲ ਕਰਦੇ ਆ ਵੀ ਅਸੀਂ ਰਾਜ ਸਰਕਾਰ ਵੀ ਹਿੱਸਾ ਪਾ ਰਹੇ ਹਾਂ, ਅਸੀਂ ਕੇਂਦਰੀ ਸਰਕਾਰ 'ਚ ਵੀ ਹਿੱਸਾ ਪਾ ਰਹੇ ਹਾਂ। ਤੋ ਇਹ ਆਧੁਨਿਕ ਸਮਾਜ ਦੇ ਅਨੁਕੂਲ ਹੈ। ਆਧੁਨਿਕ ਸਮਾਜ ਦੇ ਕਿੱਦਾਂ ਅਨੁਕੂਲ ਹੈ? ਆਧੁਨਿਕ ਸਮਾਜ ਲੋਕਤੰਤਰ ਦਾ ਅੱਜ ਕੱਲ੍ਹ ਯੁੱਗ ਹੈ। ਤੇ ਲੋਕਤੰਤਰ ਕੀ ਕਹਿੰਦਾ? ਪੀਪਲਸ ਪਾਰਟੀਸਪੇਸ਼ਨ ਕਿੱਦਾਂ ਹੋ ਗਈ? ਲੋਕਾਂ ਦੀ ਵੱਧ ਤੋਂ ਵੱਧ ਪਾਰਟੀਸਪੇਸ਼ਨ ਕਿੱਦਾਂ ਹੋ ਗਈ? ਜਦੋਂ ਸਥਾਨਕ ਪੱਧਰ ਤੇ ਲੋਕ ਰਾਜ ਪ੍ਰਬੰਧ ਦਾ ਹਿੱਸਾ ਹੋਣਗੇ। ਉਹ ਕਿੱਦਾਂ ਹੋਣਗੇ? ਜਦੋਂ ਸਥਾਨਕ ਉਹਨਾਂ ਨੂੰ ਜਿਹੜੀਆਂ ਸਥਾਨਕ ਸਰਕਾਰਾਂ ਉਹਨਾਂ ਕੋਲ ਸ਼ਕਤੀਆਂ ਹੋਣਗੀਆਂ। ਸੋ ਇਹ ਇੱਕ ਕੜੀ ਦੇ ਤੌਰ ਤੇ ਇੱਕ ਲੜੀ ਇੱਕ ਜੁੜ ਜਾਂਦੀ ਹੈ ਨਾਲ ਦੇ ਨਾਲ ਸਥਾਨਕ ਸਰਕਾਰਾਂ, ਰਾਜ ਸਰਕਾਰਾਂ, ਉਸ ਤੋਂ ਬਾਅਦ ਕੇਂਦਰੀ ਸਰਕਾਰ। ਠੀਕ ਹੈ। ਸੋ ਇਹ ਬੇਟਾ ਬਹੁਤ ਵਧੀਆ ਸੰਘਾਤਮਕ ਪ੍ਰਣਾਲੀ ਦੀ ਜਿਹੜੀ ਸਰਕਾਰ ਆ ਉਹ ਲੋਕਤੰਤਰ ਲਈ ਮਜ਼ਬੂਤ, ਲੋਕਤੰਤਰ ਦੀ ਮਜ਼ਬੂਤੀ ਲਈ ਕੰਮ ਕਰਦੀ ਹੈ। ਸੋ ਅੱਗੇ ਬੇਟਾ ਇਹਦੇ ਦੋਸ਼ ਆ ਜਾਂਦੇ ਆ ਜਿਹਨੂੰ ਆਪਾਂ ਗੁਣ ਔਗਣ ਕਹਿ ਦਿੰਦੇ ਆ। ਅੰਦਰੂਨੀ ਪ੍ਰਸ਼ਾਸਨ ਵਿੱਚ ਕਮਜ਼ੋਰ। ਕਈ ਵਾਰੀ ਜਿਹੜਾ ਇਹਨਾਂ 'ਚ ਕੇਂਦਰ ਅਤੇ ਰਾਜਾਂ ਵਿੱਚ ਪ੍ਰਸ਼ਾਸਨ ਦੀ ਕਮਜ਼ੋਰੀ ਆ ਜਾਂਦੀ ਹੈ। ਉਹ ਆਪਣੇ ਤੇ ਜ਼ਿੰਮੇਵਾਰੀ ਨਹੀਂ ਲੈਂਦੇ। ਰਾਜ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦਾ, ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ। ਪ੍ਰਸ਼ਾਸਨ ਜਿਹੜਾ ਇਹਨਾਂ 'ਚ ਆਪਸੀ ਤਾਲਮੇਲ ਨਾ ਹੋਣ ਕਰਕੇ ਕੇਂਦਰ ਤੇ ਰਾਜ ਵਿੱਚ ਪ੍ਰਸ਼ਾਸਨ ਜਿਹੜਾ ਕਮਜ਼ੋਰ ਹੋ ਜਾਂਦਾ ਵਾ। ਠੀਕ ਹੈ। ਵਿਦੇਸ਼ੀ ਮਾਮਲਿਆਂ ਵਿੱਚ ਕਮਜ਼ੋਰ। ਕਈ ਡਿਸੀਜਨ ਜਿਹੜੇ ਹੁੰਦੇ ਆ ਉਹ ਐਟ ਏ ਟਾਈਮ ਉਸੇ ਵੇਲੇ ਵਿਦੇਸ਼ੀ ਮਾਮਲਿਆਂ 'ਚ ਲੈਣੇ ਪੈਂਦੇ ਆ, ਪਰ ਕਈ ਜਿਹੜੇ ਡਿਸੀਜਨ ਹੁੰਦੇ ਆ ਉਹ ਰਾਜਾਂ ਦੇ ਹੱਕ ਵਿੱਚ ਨਹੀਂ ਹੁੰਦੇ। ਉੱਥੇ ਜਦੋਂ ਰਾਜਾਂ ਦੀ ਕੰਸੈਂਟ ਲੈਣੀ ਪੈਂਦੀ ਆ ਫਿਰ ਇਹ ਸਰਕਾਰ ਕਮਜ਼ੋਰ ਫੀਲ ਕਰਦੀ ਹੈ ਵੀ ਕਮਜ਼ੋਰ ਮੰਨੀ ਗਈ ਹੈ ਇਹ ਸਰਕਾਰ। ਪਰਸਪਰ ਵਿਰੋਧੀ ਕਾਨੂੰਨ ਅਤੇ ਨੀਤੀਆਂ, ਇਹਦੀ ਇੱਕ ਬੜੀ ਤਕੜੀ ਉਦਾਹਰਨ ਹੈ ਪੰਜਾਬ ਸਰਕਾਰ ਦੀ ਕਿ ਜਿਵੇਂ SYL ਤੇ ਆਪਾਂ ਪੰਜਾਬ ਸਾਰੇ ਜਾਣਦੇ ਹਾਂ ਵੀ SYL ਦਾ ਮੁੱਦਾ ਕੀ ਹੈ। ਉਹਦੇ ਵਿੱਚ ਪੰਜਾਬ ਸਰਕਾਰ ਇੱਕ ਮਤਾ ਪਾਸ ਕਰਕੇ ਕਾਨੂੰਨ ਪਾਸ ਕਰ ਦਿੰਦੀ ਹੈ ਵੀ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ। ਉਧਰੋਂ ਸੈਂਟਰ ਸਰਕਾਰ ਕਹੀ ਜਾਂਦੀ ਹੈ ਕਿ ਆਪਾਂ ਜਿਹੜਾ ਵਾ ਉਹ ਬੈਠ ਕੇ ਮਸਲਾ ਹੱਲ ਕਰ ਦੇਣਾ, ਕਾਨੂੰਨ ਬਣਾਉਣ ਨੂੰ ਟ੍ਰਿਬਿਊਨਲ ਦੇ ਕੋਲ ਜਾਂਦੀ ਹੈ। ਸੋ ਇਹ ਪਰਸਪਰ ਵਿਰੋਧੀ ਕਾਨੂੰਨ ਤੇ ਨੀਤੀਆਂ ਬਣ ਜਾਂਦੀਆਂ ਕਿਸੇ ਵੇਲੇ ਵੀ ਰਾਜ ਸਰਕਾਰ ਹੋਰ ਕਾਨੂੰਨ ਬਣਾਈ ਜਾਂਦੀ ਹੈ ਔਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਹੋਰ ਹੁੰਦੀਆਂ। ਇਹਨਾਂ ਵਿੱਚ ਵਿਰੋਧ ਚੱਲ ਪੈਂਦਾ ਆਪਸ ਦੇ ਵਿੱਚ। ਕੁਛ ਇਕਾਈਆਂ ਦੀ ਬਗਾਵਤ ਦੀ ਸੰਭਾਵਨਾ ਵੀ ਰਹਿੰਦੀ ਹੈ ਵੀ ਜਿਹਨੂੰ ਮੰਨ ਲਓ ਘੱਟ ਗਿਣਤੀਆਂ ਨੂੰ ਪ੍ਰਤੀਨਿਧਤਾ ਨਹੀਂ ਮਿਲਦੀ, ਉਹ ਕੇਂਦਰ ਸਰਕਾਰ ਧਰਨੇ ਲਾ ਦਿੰਦੇ ਆ, ਬਗਾਵਤ ਕਰ ਦਿੰਦੇ ਆ ਵੀ ਸਾਨੂੰ ਜਿਹੜੀ ਆ ਸਾਡੀ ਜਿਹੜੀ ਪਾਰਟੀਸਪੇਸ਼ਨ ਹੀ ਨਹੀਂ ਕਿਤੇ ਹੈਗੀ। ਸੋ ਕੇਂਦਰ ਸਰਕਾਰ ਨੂੰ ਜਾਂ ਰਾਜ ਸਰਕਾਰ ਨੂੰ ਡਰ ਰਹਿੰਦਾ, ਕਿਤੇ ਨਾ ਕਿਤੇ ਬਣਿਆ ਰਹਿੰਦਾ ਵੀ ਕੋਈ ਜਿਸ ਤਰ੍ਹਾਂ ਡਿਸਟਰਬੈਂਸ ਨਾਰਥ ਈਸਟਰਨ ਸਟੇਟ 'ਚ ਰਹਿੰਦੀ ਹੈ ਵੀ ਸੰਘ ਤੋਂ ਵੱਖ ਹੋਣ ਦਾ ਡਰ ਵੀ ਕੇਂਦਰ ਸਰਕਾਰ ਨੂੰ ਰਹਿੰਦਾ ਵੀ ਕਿਤੇ ਕੋਈ ਜਿਹੜਾ ਪਾਰਟ ਆ ਦੇਸ਼ ਦਾ ਹਿੱਸਾ ਉਹ ਸੰਘ ਤੋਂ
ਵੱਖ ਨਾ ਹੋ ਜਾਵੇ। ਕਠੋਰ ਸੰਵਿਧਾਨ ਜਿਹੜਾ ਵਾ ਜ਼ਰੂਰੀ ਹੁੰਦਾ ਵਾ ਜ਼ਰੂਰੀ, ਬਟ ਜਦੋਂ ਸਾਨੂੰ ਉਹਦੇ ਵਿੱਚ ਸੋਧ ਕਰਨ ਦੀ ਜ਼ਰੂਰਤ ਹੁੰਦੀ ਹੈ ਸਮੇਂ ਦੇ ਸਥਿਤੀਆਂ ਦੇ ਅਨੁਸਾਰ, ਜਦੋਂ ਕਿਸੇ ਵੇਲੇ ਸੋਧ ਨਹੀਂ ਹੋ ਪਾਉਂਦੀ, ਉਹ ਬੜੀ ਮੁਸ਼ਕਲ ਪੇਸ਼ ਆਉਂਦੀ ਆ ਸਰਕਾਰਾਂ ਦੇ ਲਈ। ਅੱਗੇ ਖਰਚੀਲੀ ਪ੍ਰਣਾਲੀ ਆ ਕਿ ਸੈਂਟਰ ਅਤੇ ਰਾਜਾਂ ਦੋਵਾਂ ਦੇ ਵਿੱਚ ਹੀ ਜਿਹੜਾ ਵਾ ਉਹ ਪ੍ਰਸ਼ਾਸਨ ਚੱਲਦਾ, ਦੋਹਰਾ ਸ਼ਾਸਨ ਪ੍ਰਸ਼ਾਸਨ ਹੁੰਦਾ। ਸੋ ਇਸ ਕਰਕੇ ਜ਼ਿਆਦਾ ਖਰਚੀਲਾਪਣ ਹੁੰਦਾ, ਕੇਂਦਰ ਵੱਲ ਝੁਕਾਅ ਦਾ। ਕੇਂਦਰ ਤੇ ਰਾਜਾਂ ਝਗੜੇ ਜਿਵੇਂ ਮੈਂ ਆਲਰੇਡੀ ਦੱਸ ਚੁੱਕਿਆ। ਦੋਹਰੀ ਨਾਗਰਿਕਤਾ ਜਦੋਂ ਮਿਲਦੀ ਆ ਤੇ ਰਾਸ਼ਟਰੀ ਏਕਤਾ ਲਈ ਹਾਨੀਕਾਰਕ ਆ। ਸੰਕਟ ਕਾਲ ਮੰਨ ਲਓ ਦੇਸ਼ ਤੇ ਕੋਈ ਐਮਰਜੈਂਸੀ ਪੈ ਜਾਂਦੀ ਆ ਤੇ ਉਹਦੇ ਵਿੱਚ ਡਿਸੀਜਨ ਉਸੇ ਵੇਲੇ ਲੈਣਾ ਹੁੰਦਾ, ਫਿਰ ਰਾਜਾਂ ਨੂੰ ਜਦੋਂ ਸ਼ਾਮਲ ਕਰਨਾ ਹੁੰਦਾ ਉਹ ਬੜਾ ਔਖਾ ਹੁੰਦਾ ਵਾ ਡਿਸੀਜਨ ਲੈਣਾ ਸੰਕਟ ਕਾਲ ਵੇਲੇ। ਸੋ ਆਪਾਂ ਬੇਟਾ ਦੋਵਾਂ ਦੇ ਗੁਣ ਤੇ ਔਗਣ ਪੜ੍ਹੇ ਆ, ਉਹ ਸਲਾਈਡ ਤੇ ਆ ਰਿਹਾ, ਉਹ ਸਲਾਈਡ ਆ। ਦੋਵਾਂ 'ਚ ਅੰਤਰ ਕੀ ਆ ਜਿਹੜਾ ਆਪਾਂ ਇਹਨਾਂ ਦੇ ਗੁਣ ਤੇ ਔਗਣ ਪੜ੍ਹ ਚੁੱਕੇ ਆ, ਇਹ ਤੁਸੀਂ ਨੋਟ ਕਰ ਲੈਣਾ ਆਪਣੀ ਕਾਪੀ ਦੇ ਉੱਤੇ। ਦੋਵਾਂ ਦਾ ਅੰਤਰ ਕੀਤਾ ਗਿਆ ਵੀ ਸ਼ਕਤੀਆਂ ਦੀ ਵੰਡ ਆ ਤੇ ਉਹਦੇ ਵਿੱਚ ਨਹੀਂ ਹੈਗੀ। ਇਹ ਜਿਹੜੇ ਆਪਾਂ ਗੁਣ ਕੀਤੇ ਆ ਉਹਦੇ ਗੁਣ ਦੋਵਾਂ ਸਰਕਾਰਾਂ ਦੇ, ਉਹ ਦੋਵਾਂ ਦਾ ਅੰਤਰ ਆ। ਸੋ ਬੇਟਾ ਅਖੀਰ ਦੇ ਵਿੱਚ ਸਿੱਟਾ ਵਾ ਭਾਰਤ ਵਿੱਚ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਸਰਕਾਰ ਆ, ਪਰ ਇਹਦੇ ਵਿੱਚ ਆਪਾਂ ਦੇਖਦੇ ਹਾਂ ਇਕਾਤਮਕ ਪ੍ਰਣਾਲੀ ਦੇ ਤੱਤ ਵੀ ਪਾਏ ਜਾਂਦੇ ਆ। ਸੋ ਭਾਰਤ ਵਿੱਚ ਇਕਾਤਮਕ ਸ਼ਾਸਨ ਜਿਹੜਾ ਸੰਘਾਤਮਕ ਆ, ਪਰ ਝੁਕਾਅ ਜਿਹੜਾ ਇਕਾਤਮਕ ਵੱਲ ਆ। ਜਿਵੇਂ ਡੀ ਬਾਸੂ ਨੇ ਕਿਹਾ, ਇਟ ਇਜ਼ ਫੈਡਰਲ ਇਨ ਸਟਰਕਚਰ ਬਟ ਯੂਨਿਟਰੀ ਇਨ ਸਪਿਰਿਟ। ਸੋ ਪਿਆਰੇ ਵਿਦਿਆਰਥੀਓ, ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀਗਾ ਇਕਾਤਮਕ ਅਤੇ ਸੰਘਾਤਮਕ ਸਰਕਾਰ। ਸੋ ਤੁਸੀਂ ਜਿੱਥੋਂ ਨਹੀਂ ਪਤਾ ਲੱਗਦਾ ਆਪਣੇ ਅਧਿਆਪਕ ਸਾਥੀ ਦੀ ਮਦਦ ਲੈ ਸਕਦੇ ਜੇ, ਆਪਣੇ ਅਧਿਆਪਕ ਦੀ ਲੈ ਸਕਦੇ ਜੇ ਮਦਦ, ਜਾਂ ਤੁਸੀਂ ਕਿਤਾਬ ਤੋਂ ਵੇਖ ਸਕਦੇ ਜੇ ਕੋਈ ਗਲਤੀ ਰਹਿ ਗਈ ਹੋਵੇਗੀ ਉਹਦੀ ਭੁੱਲ ਚੁੱਕ ਦੀ ਖਿਮਾ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ।